ਕੁਝ ਗੱਲਾਂ ਕਰੀਏ ਸੁੱਖੀ ਦੇ ਨਾਲ। ਸਤਿ ਸ਼੍ਰੀ ਅਕਾਲ ਤੇ ਜੀ ਆਇਆਂ ਨੂੰ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਅੱਜ ਦੇ ਪ੍ਰੋਗਰਾਮ ਦੇ ਵਿੱਚ। ਸ਼ੇਰੇ ਪੰਜਾਬ AM ਯੂਰ ਫੇਵਰੇਟ ਨਿਊਜ਼ ਟਾਕ ਸਟੇਸ਼ਨ। ਤੇ ਕੱਲ੍ਹ ਜਿੱਦਾਂ ਮੈਂ ਤੁਹਾਨੂੰ ਸਾਰਿਆਂ ਨਾਲ ਵਾਅਦਾ ਕੀਤਾ ਸੀ ਕਿ ਅੱਜ ਸਾਡੇ ਸਟੂਡੀਓ ਇੱਕ ਬਹੁਤ ਖਾਸ ਮਹਿਮਾਨ ਪਹੁੰਚਣਗੇ ਤੇ ਅੱਜ ਉਹ ਪਹੁੰਚ ਚੁੱਕੇ ਆ। ਸੋ ਆਮ ਸੋ ਐਕਸਾਈਟਿਡ। ਸੋ ਸਭ ਤੋਂ ਪਹਿਲਾਂ ਸਮੁੱਚੇ ਸਰੋਤਿਆਂ ਨੂੰ ਪਿਆਰ ਭਰੀ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਤੁਹਾਡੀ ਆਪਣੀ ਸੁੱਖੀ ਵੱਲੋਂ। ਸਾਡੇ ਮਹਿਮਾਨ ਸਟੂਡੀਓ ਵਿੱਚ ਪਹੁੰਚ ਚੁੱਕੇ ਨੇ, ਇੱਕ ਆਈਕੋਨਿਕ ਨੇਮ ਇਨ ਦ ਮਿਊਜ਼ਿਕ ਇੰਡਸਟਰੀ ਜਿਨ੍ਹਾਂ ਦੇ ਕੋਲ 40 ਸਾਲ ਤੋਂ ਉੱਤੇ ਤਜਰਬਾ ਹੈ। It's so hard to believe because this shakhsiyat sitting in front of me doesn't look like she's been in this industry for this long, but 40 ਸਾਲ ਹੋ ਗਏ ਇਹਨਾਂ ਨੂੰ ਮਿਊਜ਼ਿਕ ਇੰਡਸਟਰੀ ਦੇ ਵਿੱਚ ਪੈਰ ਧਰਿਆਂ ਨੂੰ। ਇੱਕ ਫੀਮੇਲ ਪਾਇਨੀਅਰ ਹੈਗੀ ਆ ਅਤੇ ਅਸੀਂ ਇਹਨਾਂ ਨੂੰ ਕਹਿ ਸਕਦੇ ਇੱਕ ਰੋਇਲ ਸਿੰਗਰ ਆ। ਬਿਲਕੁਲ ਜਦੋਂ ਰੋਇਲ ਸਿੰਗਰ ਦੀ ਅਸੀਂ ਗੱਲ ਕਰਦੇ ਹਾਂ, ਇਹਨਾਂ ਦੀ ਪਰਸਨੈਲਿਟੀ ਵੀ ਉਨੀ ਰੋਇਲ ਆ, ਇਹਨਾਂ ਦੇ ਗੀਤ ਸੰਗੀਤ ਵੀ ਇੰਨੇ ਰੋਇਲ ਹੈਗੇ ਆ। ਸਮਾਈਲਸ ਅਤੇ ਡਿੰਪਲਸ ਦੇ ਅਲੱਗ ਹੈ, ਉਹਦੀ ਗੱਲ ਅਸੀਂ ਅੱਗੇ ਜਾ ਕੇ ਕਰਾਂਗੇ। ਪਰ ਜਿਹਨਾਂ ਦੇ ਸਟੈਂਡਰਡਸ ਨੇ ਇਹਨਾਂ ਨੇ ਕਾਫੀ ਉੱਚੇ ਕੀਤੇ ਆ। ਆਪਣੀ ਬੁਲੰਦ ਆਵਾਜ਼ ਨਾਲ ਇਹਨਾਂ ਨੇ ਜਿਹੜੇ ਬਾਰਸ ਆ ਬੜੇ ਹਾਈ ਰੇਜ਼ ਕੀਤੇ ਹੋਏ ਨੇ। ਗਾਇਕੀ ਦੀ ਦੁਨੀਆ ਦੇ ਵਿੱਚ ਇਹਨਾਂ ਦੀ ਜਿਹੜੀ ਐਨਰਜੀ ਹੈ ਬੜੀ ਰੌਕ ਸਟਾਰ ਐਨਰਜੀ ਹੈਗੀ ਆ। ਅਤੇ ਜਿਹਨਾਂ ਨੂੰ ਤੁਸੀਂ ਬੇਸ਼ੁਮਾਰ ਮੁਹੱਬਤ ਕਰਦੇ ਆ ਅਤੇ ਉਹਨਾਂ ਦੇ ਗੀਤਾਂ ਨੂੰ ਤੁਸੀਂ ਸਦਾ ਪਿਆਰ ਕਰਦੇ ਹਾਂ। ਸੋ ਸਾਡੀ ਹਰਮਨ ਪਿਆਰੀ ਕਮਲਜੀਤ ਨੀਰੂ ਅੱਜ ਸਾਡੇ ਸਟੂਡੀਓ ਪਹੁੰਚ ਚੁੱਕੀ ਹੈ। ਸੋ ਆਓ ਰਲ ਕੇ ਆਪਾਂ ਇਹਨਾਂ ਦਾ ਸਵਾਗਤ ਕਰੀਏ। ਸਤਿ ਸ਼੍ਰੀ ਅਕਾਲ ਤੇ ਜੀ ਆਇਆਂ ਨੂੰ। ਸਤਿ ਸ਼੍ਰੀ ਅਕਾਲ ਸੁਖੀ। ਸਭ ਤੋਂ ਪਹਿਲਾਂ ਤਾਂ ਥੈਂਕ ਯੂ ਸੋ ਮਚ ਫॉर ਗਿਵਿੰਗ ਸੱਚ ਅ ਗੁੱਡ ਇੰਟਰੋਡਕਸ਼ਨ। ਬਹੁਤ ਵਧੀਆ ਮੈਨੂੰ ਲੱਗੀ। ਔਰ ਥੈਂਕ ਯੂ ਸ਼ੇਰੇ ਪੰਜਾਬ ਰੇਡੀਓ ਜਿਨ੍ਹਾਂ ਦੇ ਤੁਸੀਂ ਸੱਦਿਆ। ਐਂਡ ਆਮ ਰੀਅਲੀ ਥੈਂਕਫੁਲ ਕਿ ਅੱਜ ਇੱਕ ਵਾਰੀ ਫੇਰ ਮੈਨੂੰ ਤੁਹਾਡੇ ਜ਼ਰੀਏ ਆਪਣੇ ਜਿਹੜੇ ਮੇਰੇ ਅਨਕੰਡੀਸ਼ਨਲ ਫੈਨਸ ਨੇ ਉਹਨਾਂ ਨਾਲ ਗੱਲਬਾਤ ਕਰਨ ਦਾ, ਕੁਝ ਬੋਲ ਸਾਂਝੇ ਕਰਨ ਦਾ ਅੱਜ ਮੌਕਾ ਫਿਰ ਤੋਂ ਮਿਲਿਆ ਆ। ਯੈਸ, ਐਂਡ ਧੰਨਵਾਦ ਸਾਡੇ ਜਿਹੜੇ ਤੁਸੀਂ ਸਾਡੇ ਇੱਕ ਸੱਦੇ ਤੋਂ ਕਬੂਲ ਕੀਤਾ ਤੇ ਤੁਸੀਂ ਅੱਜ ਪਹੁੰਚੇ। Always for you. Thank you. You know what? It's amazing ਕਿ we have you sitting here before us because you're the icon for females in this industry. And ਤੁਹਾਡੀ ਜਿਹੜੀ ਕਹਾਣੀ ਬੜੀ ਕਿਊਟ ਜਿਹੀ ਆ, ਬੜੀ ਅਲੱਗ ਜਿਹੀ ਹੈਗੀ ਆ ਕਿ ਜਦੋਂ ਅਸੀਂ ਗੀਤਕਾਰਾਂ ਨਾਲ ਅਸੀਂ ਜਦੋਂ ਗੱਲ ਕਰਦੇ ਹਾਂ ਹਮੇਸ਼ਾ ਉਹਨਾਂ ਦੇ ਫੈਮਿਲੀ ਦੇ ਵਿੱਚ ਕੋਈ ਨਾ ਕੋਈ ਹੁੰਦਾ that was singing, ਜਾਂ ਉਹਨਾਂ ਦੀ ਲਾਈਨ ਦੇ ਵਿੱਚ ਹੁੰਦਾ, ਜਾਂ ਉਹ ਪ੍ਰੋਫੈਸ਼ਨਲੀ ਟ੍ਰੇਨ ਹੁੰਦੇ ਆ, ਜਾਂ ਉਹਨਾਂ ਨੇ ਹਮੇਸ਼ਾ ਸੋਚਿਆ ਹੁੰਦਾ ਵੀ ਅਸੀਂ ਗਾਇਕੀ ਦੀ ਦੁਨੀਆ ਦੇ ਵਿੱਚ ਜਾਣਾ। ਫॉर ਯੂ ਬਹੁਤ ਅਲੱਗ ਸੀ ਤੁਹਾਡੀ ਸਟੋਰੀ। ਤੁਸੀਂ ਮੈਡੀਕਲ ਫੀਲਡ ਦੇ ਵਿੱਚ ਸੀਗੇ ਐਂਡ ਹਮੇਸ਼ਾ ਅਸੀਂ ਗੱਲ ਕਰਦੇ ਹਾਂ ਕਿ ਤੁਹਾਡੀ ਜਿਹੜੀ ਫੈਮਿਲੀ ਹਿਸਟਰੀ ਬੜੀ ਇੱਕ ਔਰਗਨਾਈਜ਼ਡ ਜੀ ਸਟ੍ਰਿਕਟ ਤੁਹਾਡੀ ਜਿਹੜੀ ਫੈਮਿਲੀ ਸੀ ਬਿਕਾਜ਼ ਯੂਰ ਡੈਡ ਵਾਜ਼ ਇਨ ਦ ਮਿਲੀਟਰੀ, ਹੈ ਨਾ, ਆਰਮੀ ਆਫਿਸਰ ਸੀਗੇ। ਸੋ ਤੁਹਾਡੀ ਜਿਹੜੀ ਅਪਬ੍ਰਿੰਗਿੰਗ ਬੜੀ ਡਿਫਰੈਂਟ ਸੀਗੀ। ਕੋਈ ਫਾਰਮਲ ਟ੍ਰੇਨਿੰਗ ਨਹੀਂ, ਪਰ ਇੱਕ ਗॉड ਗਿਫਟਡ ਜਿਹੜੀ ਚੀਜ਼ ਤੁਹਾਡੇ ਰੱਬ ਨੇ ਤੁਹਾਡੀ ਝੋਲੀ ਨੇ ਪਾ ਦਿੱਤੀ ਹੈ। ਫॉर दैट ਆਮ ਥੈਂਕਫੁਲ। ਸਭ ਤੋਂ ਪਹਿਲਾਂ ਤਾਂ ਵਾਹਿਗੁਰੂ ਕਿਉਂਕਿ ਉਹਦੀ ਰਜ਼ਾ ਬਿਨਾਂ ਪੱਤਾ ਨਹੀਂ ਹਿਲਦਾ। ਵੀ ਆਲ ਨੋ ਦੈਟ। ਐਂਡ ਸੈਕੰਡਲੀ ਮਾਈ ਫੈਨਸ ਜਿਨ੍ਹਾਂ ਨੇ ਮੈਂ ਜੋ ਵੀ ਗਾਤਾ, ਜਿਹੋ ਜਿਹਾ ਵੀ ਗਾਤਾ, ਉਹਨਾਂ ਨੇ ਕਬੂਲਿਆ, ਉਹਨਾਂ ਨੂੰ ਚੰਗਾ ਲੱਗਿਆ। ਐਂਡ ਫਾਈਨਲੀ ਫੈਮਿਲੀ, ਕਿਉਂਕਿ ਜਦੋਂ ਤੱਕ ਫੈਮਿਲੀ ਦੀ ਸਪੋਰਟ ਨਾ ਹੋਵੇ ਉਦੋਂ ਤੱਕ ਤੁਹਾਨੂੰ ਕਾਮਯਾਬੀ ਵੱਲ ਜਾਣਾ ਥੋੜ੍ਹਾ ਜਿਹਾ ਔਖਾ ਲੱਗਦਾ ਹੈ। ਸੋ ਫੈਮਿਲੀ ਦੀ ਸਪੋਰਟ, ਫੈਨਸ ਦਾ ਪਿਆਰ ਔਰ ਉਸ ਵਾਹਿਗੁਰੂ ਦੀ ਮਿਹਰ ਐਂਡ ਮੇਰੀ ਮਿਹਨਤ। ਜੀ ਮੈਂ ਮਿਹਨਤ ਵੀ ਬਹੁਤ ਕੀਤੀ ਹੈ ਕਿਉਂਕਿ ਜਦੋਂ ਇੱਕ ਤਾਂ ਹੁੰਦਾ ਨਾ ਜਿਹੜੇ ਰਾਹਾਂ ਦੇ ਤੁਸੀਂ ਭੇਤੀ ਹੋ, ਤੁਸੀਂ ਹਨੇਰੇ 'ਚ ਵੀ ਉਹਨਾਂ 'ਚ ਤੁਰੇ ਜਾਂਦੇ ਹੋ, ਤੁਹਾਨੂੰ ਰਸਤਾ ਲੱਭ ਜਾਂਦਾ ਆ। ਪਰ ਜਿਹੜਾ ਰਾਹ ਹੀ ਨਵਾਂ ਆ ਜਿੱਥੇ ਤੁਹਾਨੂੰ ਪਤਾ ਨਹੀਂ ਕਿ ਕਿੱਥੇ ਟੋਆ ਆ, ਕਿੱਥੇ ਕਿੱਚੜ ਆ, ਚਿੱਕੜ ਆ, ਕਿੱਥੇ ਕੀ ਆ, ਉੱਥੇ ਥੋੜ੍ਹਾ ਜਿਹਾ ਔਖਾ ਹੁੰਦਾ। ਤੁਸੀਂ ਆਪ ਗੁੰਮ ਹੋ ਜਾਂਦੇ ਨੇ, ਆਪ ਗੁੰਮ ਹੋ ਜਾਂਦੇ। ਸੋ ਔਖਾ ਜ਼ਰੂਰ ਲੱਗਿਆ, ਪਰ ਜਿੱਦਾਂ ਕਹਿੰਦੇ ਆ ਕਿ ਫੋਕਸ ਇਜ਼ ਵੈਰੀ ਇੰਪੋਰਟੈਂਟ, ਕਿ ਜ਼ਿੰਦਗੀ 'ਚ ਇੱਕ ਫੋਕਸ ਹੋਣਾ ਬਹੁਤ ਜ਼ਰੂਰੀ ਆ। ਤੁਹਾਨੂੰ ਆਪਣੀਆਂ ਚੋਇਸਿਸ ਦਾ ਪਤਾ ਹੋਣਾ ਚਾਹੀਦਾ ਕਿ ਦਿਸ ਇਜ਼ ਵਾਟ ਆਈ ਵਾਂਟ। ਸੋ ਉਹ ਵਨਸ ਯੂ ਆਰ ਕਲੀਅਰ ਇਨ ਯੋਰ ਮਾਈਂਡ, ਫਿਰ ਕੋਈ ਵੀ ਰਸਤਾ ਔਖਾ ਨਹੀਂ ਹੈਗਾ। ਬਿਲਕੁਲ। ਜੇ ਅਸੀਂ ਤੁਹਾਡੀ ਜਰਨੀ ਦੀ ਗੱਲ ਕਰਦੇ 1982 ਦੇ ਵਿੱਚ ਸ਼ੁਰੂ ਹੋਈ ਸੀਗੀ, ਹੈ ਨਾ, ਐਂਡ ਲਾਈਕ 41 years ਐਗਜ਼ੈਕਟਲੀ ਐਂਡ ਜਦੋਂ ਤੁਸੀਂ ਸ਼ੁਰੂ ਕੀਤੀ ਹੈ ਕਾਫੀ ਤੁਸੀਂ ਆਈ ਥਿੰਕ ਤੁਸੀਂ ਸਿਰਫ 18-19 ਸਾਲਾਂ ਦੇ ਸੀ ਉਦੋਂ, ਹੈ ਨਾ, ਐਂਡ ਤੁਸੀਂ ਸ਼ੁਰੂ ਕਰਦੇ ਪਰ ਫਿਰ ਸਭ ਤੋਂ ਪਹਿਲਾਂ ਮੈਂ ਉੱਥੇ ਗੱਲ ਕਰਨੀ ਆ ਨਾਰਾਜ਼ਗੀ ਸਾਡੀ ਜਿਹੜੀ ਤੁਹਾਡੇ ਨਾਲ ਹੈ ਤੇ ਤੁਹਾਡੀ ਫੈਨਸ ਦੀ ਹੈ ਵੀ ਤੁਸੀਂ 14-15 ਸਾਲ ਗੁੰਮ ਹੋ ਗਏ, ਕਿੱਥੇ ਗਏ ਸੀ ਤੁਸੀਂ? Where were you? ਐਕਚੁਅਲੀ ਇੱਥੇ ਹੀ ਸੀ ਮੈਂ, ਕਿਤੇ ਨਹੀਂ ਸੀ ਗੁੰਮ ਹੋਈ। ਸੁਖੀ ਐ ਸੀ ਕਿ ਜਦੋਂ ਮੈਂ ਇੰਡੀਆ 'ਚ ਸ਼ੋਜ਼ ਕਰਦੀ ਸੀ ਆਈ ਵਰਕਡ ਸੋ ਹਾਰਡ ਕਿ ਇੱਕ ਟਾਈਮ ਇਹੋ ਜਿਹਾ ਆਇਆ ਕਿ ਮੈਨੂੰ ਲੱਗਿਆ ਕਿ ਬਹੁਤ ਹੋ ਗਿਆ, ਇਟਸ ਨੈਵਰ ਇਨਫ। ਮੈਂ ਨਾ ਇੱਕ ਮੇਰੇ 'ਚ ਬਹੁਤ ਵੱਡੀ ਪ੍ਰੋਬਲਮ ਆ, ਆਮ ਵੈਰੀ ਕੰਟੈਂਟ ਬਹੁਤ ਆ ਮੈਂ ਆਪਣੇ ਆਪ 'ਚ। ਸੋ ਮੈਨੂੰ ਹੁੰਦਾ ਇੰਨਾ ਕੁ ਕਰ ਲਿਆ, ਚੱਲ ਬਹੁਤ ਆ, ਹੁਣ ਠੀਕ ਆ, ਹੋਰ that's not a problem, that's a good thing, ਹੈ ਨਾ, ਵਧੀਆ ਚੀਜ਼ ਹੈ। ਸੋ ਉਸ ਤੋਂ ਬਾਅਦ ਜਿਹੜਾ ਮੇਰਾ ਬੇਟਾ ਸੀਗਾ ਉਹ
ਵੱਡਾ ਹੋ ਰਿਹਾ ਸੀ, ਉਹਨੂੰ ਹੈਲਪ ਦੀ ਲੋੜ ਸੀ, 24 ਆਰ ਇੱਕ ਪੇਰੈਂਟ ਤਾਂ ਕੋਲ ਹੋਣਾ ਹੀ ਚਾਹੀਦਾ ਹੈ ਨਾ। ਸੋ ਉਹ ਸੀਗਾ ਐਂਡ ਦੈਨ ਥੋੜ੍ਹਾ ਜਿਹਾ ਬਰਨ ਆਊਟ ਹੋ ਗਈ ਸੀ। ਦੈਨ ਫਿਰ ਮੈਂ ਸੋਚਿਆ ਕਿ ਹੁਣ ਥੋੜ੍ਹਾ ਜਿਹਾ ਰਿਲੈਕਸ ਕਰੀਏ। ਐਕਚੁਅਲੀ ਮੈਂ ਰਿਲੈਕਸ ਤਾਂ ਕਰਨਾ ਸੀ ਫॉर ਕਪਲ ਆਫ ਈਅਰਸ ਕਿ 2-3 ਸਾਲ ਥੋੜ੍ਹਾ ਆਰਾਮ ਕਰਕੇ ਦੈਨ ਆਲ ਕਮ ਬੈਕ। ਪਰ ਉਹ ਤੋਂ ਬਾਅਦ ਫਿਰ ਲੱਗਿਆ ਕਿ ਨਹੀਂ, ਆਰਾਮ ਨਹੀਂ, ਜਿੱਦਾਂ ਇੱਕ ਵਾਰੀ ਤੁਹਾਨੂੰ ਆਰਾਮ ਪੈ ਜਾਵੇ ਤਾਂ ਮੁੜ ਕੇ ਉਸ ਆਰਾਮ 'ਚੋਂ ਨਿਕਲਣਾ ਬਹੁਤ ਔਖਾ ਹੋ ਜਾਂਦਾ। ਬਿਲਕੁਲ ਬਿਲਕੁਲ, ਕਿ ਲਾਈਫ ਸਟਾਈਲ ਬਣ ਗਈ ਨਾ ਫਿਰ ਤਾਂ ਐਂਡ ਦੁਬਾਰਾ। ਦੈਨ ਮਾਈ ਫੈਨਸ ਵਰ ਲਾਈਕ ਸੈਂਡਿੰਗ ਮੀ ਮੈਸੇਜਿਸ ਕਿ ਤੁਸੀਂ ਕਿਉਂ ਨਹੀਂ ਆ ਰਹੇ, ਤੁਸੀਂ ਸ਼ੋਅਜ਼ ਦੇ ਵੀ ਆਉਣੇ ਮੈਸੇਜਿਸ। ਮੈਂ ਕਹਿਣਾ ਪਹਿਲਾਂ ਮੇਰਾ ਦਿਲ ਕਰਨਾ ਵੀ ਮੈਂ ਕਰ ਲਵਾਂ ਬੁੱਕ, ਜਦੋਂ ਕਿਤੇ ਮੈਂ ਬੁੱਕ ਕਰ ਲੈਣਾ, ਜਿਉਂ ਹੀ ਸ਼ੋਅ ਨੇ ਲਾਗੇ ਆਉਣਾ, ਹਾਏ ਹਾਏ ਮੈਂ ਕਾਹਤੇ ਪੰਗਾ ਲੈ ਲਿਆ, ਆਈ ਡੋਂਟ ਵਾਂਟ ਟੂ, ਜਿਵੇਂ ਨਹੀਂ ਕਿ ਇੱਕਦਮ ਮੈਂ ਆਪਣੇ ਆਪ ਨੂੰ ਡਿਸਟੈਂਟ ਕਰ ਲਿਆ ਹੁੰਦਾ ਆ। ਬਟ ਦੈਨ ਅਗੇਨ ਮੇਰੇ ਫੈਨਸ ਨੇ ਮੈਨੂੰ ਇਨਕਰੇਜ ਕੀਤਾ ਐਂਡ ਹੁਣ ਮੈਂ ਸ਼ੋਅਜ਼ ਵੀ ਕਰਨੇ ਸ਼ੁਰੂ ਕਰਤੇ। ਐਂਡ ਉਸ ਤੋਂ ਬਾਅਦ ਫਿਰ ਮੈਂ ਸਿੰਗਲ ਟਰੈਕਸ ਵੀ ਕੀਤੇ। ਸਭ ਤੋਂ ਪਹਿਲਾ ਸਿੰਗਲ ਟਰੈਕ ਤਾਂ ਦਵਿੰਦਰ ਬੈਨੀਪਾਲ ਹੋਰਾਂ ਦਾ ਲਿਖਿਆ ਹੋਇਆ ਤੇਰੇ ਇਸ਼ਕ 'ਚ ਟੱਲੀਆਂ, ਉਹ ਕੀਤਾ। ਉਸ ਤੋਂ ਬਾਅਦ ਫਿਰ ਮੈਂ ਧਾਰਮਿਕ ਗੀਤ ਤੋਰ ਦਿੱਤਾ ਲਾਲਾ ਨੂੰ ਬਣਾ ਕੇ ਮਾਏ ਜੋੜੀਆਂ, ਉਹ ਕੀਤਾ। ਉਸ ਤੋਂ ਬਾਅਦ ਮੈਂ ਇੱਕ ਟ੍ਰੈਡੀਸ਼ਨਲ ਸੌਂਗ ਜਾਗੋ ਦਾ ਕੀਤਾ। ਐਂਡ ਹੁਣ ਵੀ ਆਰ ਥਿੰਕਿੰਗ ਟੂ ਡੂ ਅ ਨਿਊ ਟਰੈਕ। ਸੋ ਜਦੋਂ ਵੀ ਕੁਛ ਨਵਾਂ ਹੋਇਆ ਸੁੱਖੀ, ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਾਂਗੀ। ਯੈਸ, ਐਂਡ ਆਫ ਕੋਰਸ ਯੂ ਨੋ ਮੀ, ਅਸੀਂ ਹਮੇਸ਼ਾ ਇਹੀ ਤੁਹਾਨੂੰ ਪੁਸ਼ ਕਰਦੇ ਹਾਂ ਕਿ ਬ੍ਰਿੰਗ ਔਨ ਦ ਨਿਊ ਮਿਊਜ਼ਿਕ ਐਂਡ ਵੀ ਕੈਨਟ ਵੇਟ। ਆਫ ਕੋਰਸ। ਐਂਡ ਫਿਰ ਹੁਣ ਮੈਂ ਤੀਆਂ ਦਾ ਸ਼ੋਅ ਕਰਕੇ ਆਈ ਹਾਂ ਇਨ ਸਿਆਟਲ ਜੀ। That was sold out. And then I did another show in England, UK, London, Wolverhampton ਦੇ ਵਿੱਚ. That was crazy. That was so 3 ਦਿਨ ਪਹਿਲਾਂ ਉਹ sold out ਹੋ ਗਿਆ ਸੀ। Wow, amazing. And ਹੁਣ ਫਿਰ ਤੁਹਾਨੂੰ ਪਤਾ ਹੀ ਆ ਕਿ ਉਹਦੇ 'ਚ ਤੁਸੀਂ ਵੀ ਇਨਵੋਲਵਡ ਹੋ। ਜੀ ਜੀ ਬਿਲਕੁਲ। ਆਪਾਂ ਮੇਲਾ ਕਰ ਰਹੇ ਹਾਂ ਐਬਟਸਫੋਰਡ ਦੇ ਵਿੱਚ, ਕੱਲ੍ਹ ਨੂੰ ਰੌਣਕਾਂ ਲਾ ਰਹੇ ਹਾਂ ਐਬਟਸਫੋਰਡ ਦੇ ਵਿੱਚ ਮੇਲਾ ਤੀਆਂ ਦਾ। ਔਰ ਮੈਂ ਉਮੀਦ ਕਰਦੀ ਹਾਂ ਕਿ ਜਿੰਨਾ ਭਰਵਾਂ ਪਿਆਰ ਮੈਨੂੰ ਪਹਿਲਾਂ ਜਿੰਨੇ ਮੈਂ ਮੇਲੇ ਕੀਤੇ ਆ ਤੀਆਂ ਦੇ, ਓਨਾ ਹੀ ਭਰਵਾਂ ਪਿਆਰ ਤੇ ਹੁੰਗਾਰਾ ਐਬਟਸਫੋਰਡ ਵਾਲੇ ਮੇਲੇ ਤੇ ਮਿਲੂਗਾ। ਡੈਫੀਨਿਟਲੀ, ਬਿਕਾਜ਼ ਚਰਚਾ ਬਹੁਤ ਹੋ ਰਹੀ ਹੈ ਵੀ ਕਮਲ ਜੀ ਨੀਰੂ ਉੱਥੇ ਪਹੁੰਚ ਰਹੇ ਤੇ ਮੈਨੂੰ ਲੱਗਦਾ ਜਿਹੜੀ ਮੋਰ ਦੈਨ ਹਾਫ ਦ ਸੇਲਸ, 3/4 ਆਫ ਦ ਸੇਲਸ ਆਰ ਬਿਕਾਜ਼ ਆਫ ਯੂ। ਤੁਸੀਂ ਜਿਹੜੀ ਬ੍ਰੇਕ ਲਈ ਸੀਗੀ, ਜਦੋਂ ਤੁਸੀਂ ਕੋਈ ਸ਼ੋਅ ਬੁੱਕ ਕਰਦੇ ਸੀ ਉਦੋਂ ਤੁਸੀਂ ਫੇਰ ਘਬਰਾ ਜਾਂਦੇ ਸੀ, ਤੁਸੀਂ ਕਹਿੰਦੇ ਸੀ ਕਿ ਨਹੀਂ ਆਈ ਡੋਂਟ ਵਾਂਟ ਟੂ ਟੇਕ ਔਨ ਦ ਸਟੇਜ, ਯੂ ਵਰ ਸੋ ਕੰਫਰਟੇਬਲ ਇਨ ਯੂਰ ਜ਼ੋਨ। ਤੇ ਇੱਦਾਂ ਹੋਈ ਸੀ ਜਦੋਂ ਤੁਸੀਂ ਇੰਗਲੈਂਡ ਗਏ ਸੀ, ਜਦੋਂ ਤੁਹਾਨੂੰ ਉੱਥੇ ਡਿਸਕਵਰ ਕੀਤਾ ਗਿਆ, ਉਦੋਂ ਵੀ ਤੁਸੀਂ ਬਹੁਤ ਸੰਗਦੇ ਸੀ, ਬੜੇ ਡਰਦੇ ਸੀਗੇ ਸਟੇਜ ਚੜ੍ਹਨ ਤੋਂ। ਸੋ ਉਹ ਕੁਛ ਥੋੜ੍ਹੇ ਜਿਹੇ ਤੁਹਾਡੀ ਉਹ ਬਚਪਨ ਵਾਲੀਆਂ ਜਿਹੜੀਆਂ ਉਹ ਹੈ ਨਾ, ਉਹ ਜਵਾਨੀ ਵਾਲੇ ਦਿਨ ਫੇਰ ਆ ਗਏ ਨਾ ਤੁਹਾਡੇ ਤੇ। ਹੁੰਦਾ ਸੁੱਖੀ, ਕਈ ਵਾਰੀ ਤੁਹਾਡੀ ਬ੍ਰਿੰਗਿੰਗ ਅਪ ਇਹੋ ਜਿਹੀ ਹੁੰਦੀ ਆ ਕਿ ਤੁਹਾਨੂੰ, ਕਿਉਂਕਿ ਤੁਹਾਡੇ ਪਰਿਵਾਰ 'ਚ ਜਦੋਂ ਕੋਈ ਵੀ ਇੱਦਾਂ ਨਹੀਂ ਕਿ ਪਬਲਿਕਲੀ ਜਾ ਕੇ ਸਟੇਜ ਦੇ ਉੱਪਰ ਜਾ ਕੇ ਯੂ ਆਰ ਫੇਸਿੰਗ ਥਾਊਜ਼ੈਂਡਸ ਆਫ ਪੀਪਲ ਐਂਡ ਤੁਸੀਂ ਉਹਨਾਂ ਨੂੰ ਐਂਟਰਟੇਨ ਕਰ ਰਹੇ ਹੋ, ਉਹ ਇਟਸ ਨਾਟ ਇਨਗ੍ਰੇਨਡ ਇਨ ਮੀ। ਸੋ ਉਹ ਤੁਹਾਨੂੰ ਉਹਦੇ ਲਈ ਬਹੁਤ ਹੌਸਲਾ, ਬਹੁਤ ਤਜਰਬਾ, ਐਕਸਪੀਰੀਅੰਸ ਦੇ ਨਾਲ ਇਹ ਗੱਲਾਂ ਆਉਂਦੀਆਂ ਆ। ਸੋ ਉਹ ਉਦੋਂ ਸ਼ੁਰੂ 'ਚ ਜਦੋਂ ਮੈਂ ਇੰਗਲੈਂਡ ਸ਼ੁਰੂ ਕੀਤਾ ਸੀਗਾ, ਐਟ ਦੈਟ ਟਾਈਮ ਜਦੋਂ ਐਵਰੀਬਡੀ ਵਾਜ਼ ਲੁਕਿੰਗ, ਪਹਿਲੀ ਵਾਰੀ ਮੈਂ ਤੁਹਾਨੂੰ ਦੱਸਦੀ ਹਾਂ ਜਦੋਂ ਮੈਂ ਸ਼ੋਅ ਕੀਤਾ ਐਂਡ ਐਵਰੀਬਡੀ ਵਾਜ਼ ਲੁਕਿੰਗ ਐਟ ਮੀ, ਆਈ ਸੈਡ ਓ ਮਾਈ ਗॉड ਵਾਈ ਪੀਪਲ ਆਰ ਲੁਕਿੰਗ ਐਟ ਮੀ, ਮੇਬੀ ਆਈ ਐਮ ਨਾਟ ਵੇਅਰਿੰਗ ਪ੍ਰੋਪਰ, ਮੇਰਾ ਸੂਟ ਨਹੀਂ ਹੈਗਾ ਠੀਕ ਆ ਕੁਛ। ਐਂਡ ਨੈਕਸਟ ਡੇ ਮੈਂ ਪੂਰੀਆਂ ਬਾਹਾਂ ਦੇ ਕੱਪੜੇ ਤਾਂ ਐਂਡ ਪ੍ਰੋਪਰ ਆਈ ਕਵਰਡ ਮਾਈ ਸੈਲਫ। ਐਂਡ ਦੈਨ ਨੈਕਸਟ ਸ਼ੋਅ 'ਤੇ ਮੈਂ ਗਈ, ਈਵਨ ਦੈਨ ਪੀਪਲ ਵਰ ਜਸਟ, ਐਂਡ ਦੈਨ ਆਈ ਰੀਅਲਾਈਜ਼ਡ that's what it is. That's why I'm on the stage. ਤੁਸੀਂ ਉਹਨਾਂ ਦਾ ਮਨੋਰੰਜਨ ਕਰਨਾ, ਤੁਹਾਨੂੰ ਵੇਖਦੇ ਸੁਣਦੇ ਆ। Exactly. So ਹੌਲੀ ਮੇਰੇ ਦਿਮਾਗ 'ਚ ਇਹ ਆਇਆ, no, this is part of the show. I have to, people have to look at me, I have to entertain them. ਹੁਣ ਫਿਰ ਹੋ ਗਿਆ ਕਿ ਹਾਂਜੀ, ਜਦੋਂ ਤੱਕ ਸਾਰੇ ਲੋਕਾਂ ਦੀ ਅਟੈਂਸ਼ਨ ਤੁਹਾਡੇ ਵੱਲ ਨਹੀਂ ਹੈਗੀ, ਉਦੋਂ ਤੱਕ ਤੁਹਾਨੂੰ ਲੱਗਦਾ there is something that is not right. ਸੋ ਫਿਰ ਕਿੰਨੀ ਛੇਤੀ ਤੁਹਾਡੀ ਫਿਰ ਨਜ਼ਰੀਆ ਬਦਲ ਗਿਆ ਉਸ ਚੀਜ਼ ਦਾ। ਸੋ ਇਹੀ ਨਾ ਲਾਈਫ 'ਚ ਜਿਹੜਾ ਪਰਸਪੈਕਟਿਵ ਆ ਨਾ, ਇਟਸ ਵੈਰੀ ਇੰਪੋਰਟੈਂਟ ਕਿ ਤੁਸੀਂ ਕਿਹੜੀ ਚੀਜ਼ ਨੂੰ ਕਿਵੇਂ ਦੇਖਦੇ ਹੋ, ਤੁਹਾਡਾ ਕੀ ਨਜ਼ਰੀਆ ਆ। ਉਹੀ ਕਿ ਗਲਾਸ ਅੱਧਾ ਭਰਿਆ ਅੱਧਾ ਖਾਲੀ, ਹੈ ਨਾ। ਸੋ ਉਦੋਂ ਇੱਕ ਟਾਈਮ 'ਤੇ ਸੀ ਜਦੋਂ ਮੈਨੂੰ ਲੱਗਦਾ ਸੀ ਕਿ ਮੇਰੇ ਵੱਲ ਕੋਈ ਨਾ ਦੇਖੇ, ਮੈਂ ਸਿਰਫ ਗਾਣਾ ਗਾਵਾਂ ਐਂਡ ਦੈਨ ਦੈਟਸ ਇਟ। ਦੈਨ ਇੱਕ ਟਾਈਮ ਆ ਗਿਆ ਕਿ ਮੈਨੂੰ ਸਾਰਿਆਂ ਦੀ ਅਟੈਂਸ਼ਨ ਚਾਹੀਦੀ ਆ, ਦੇ ਸ਼ੁੱਡ ਬੀ ਫੋਕਸਿੰਗ ਔਨ ਦ ਸਟੇਜ ਬਿਕਾਜ਼ ਯੂ ਆਰ ਗੋਇੰਗ ਟੂ ਕ੍ਰੀਏਟ ਅ ਡਾਇਨਾਮਿਕ ਪਰਫੋਰਮੈਂਸ। ਯੈਸ ਤੁਹਾਨੂੰ ਪਤਾ। ਸੋ ਥਿੰਗਸ ਚੇਂਜਡ ਐਂਡ ਦੈਨ ਉਹ ਤੋਂ ਬਾਅਦ ਇੰਨੇ ਸਾਲ ਇੰਡੀਆ 'ਚ ਇੰਨੇ ਸ਼ੋਅਜ਼ ਕੀਤੇ ਐਂਡ ਫਿਰ ਜਦੋਂ ਮੈਂ ਬ੍ਰੇਕ ਲਿੱਤੀ, ਫਿਰ ਮੈਂ ਇੱਕ ਵਾਰੀ ਫਿਰ ਉਸੇ ਮੋਡ 'ਚ ਚਲੀ ਗਈ ਕਿ ਵਾਈ ਪੀਪਲ ਆਰ ਲੁਕਿੰਗ ਐਟ ਮੀ। ਈਵਨ ਜਦੋਂ ਮੈਂ ਮਾਲ ਵਗੈਰਾ 'ਚ ਜਾਣਾ ਨਾ, ਕਿਸੇ ਚੰਗਾ ਲੱਗਦਾ ਸੀ ਜਦੋਂ ਲੋਕ ਪਛਾਣਦੇ ਆ, ਪਿਆਰ ਦਿੰਦੇ ਆ ਨਾ। ਕਿਸਮਤ ਵਾਲਿਆਂ ਨੂੰ ਮਿਲਦਾ, ਹਰ ਕਿਸੇ ਦੇ ਕਿਸਮਤ 'ਚ ਨਹੀਂ ਲਿਖਿਆ ਲੋਕਾਂ ਦਾ ਇੰਨਾ ਪਿਆਰ।
ਉਦੋਂ ਫਿਰ ਮੈਨੂੰ ਲੱਗਣਾ ਕਿ ਜਿੱਦਾਂ ਵੀ ਇੱਕ ਕੀ ਕਹਿੰਦੇ ਟਰਕਾ ਜਿਹੇ ਕਿ ਨਹੀਂ ਕਿ ਇੱਕ ਪਾਸਿਓਂ ਦੀ ਤੁਸੀਂ ਲੰਘਣ ਦੀ ਕੋਸ਼ਿਸ਼ ਕਰਨੀ ਹੈ ਕਿ ਆਈ ਸੈਡ no, this is not right, this is not fair for my fans. And because they love you, right? Of course, they love me unconditionally. Definitely, it's I'm so lucky, actually I'm so fortunate ਕਿ ਮੈਂ ਕਈ ਵਾਰੀ ਰੱਬ ਦਾ ਸ਼ੁਕਰ ਕਰਦੀ ਹੁੰਦੀ ਹਾਂ ਕਿ ਮੈਨੂੰ ਵਾਹਿਗੁਰੂ ਨੇ ਓਨਾ ਦਿੱਤਾ ਜਿੰਨਾ ਕਿ ਮੈਂ ਕਦੇ ਸੋਚਿਆ ਵੀ ਨਹੀਂ ਸੀ ਕਿ ਮੈਂ ਡਿਜ਼ਰਵ ਕਰਦੀ ਹਾਂ। ਆਈ ਆਲਵੇਜ਼ ਥੈਂਕ ਗੋਡ ਡੇ ਐਂਡ ਨਾਈਟ ਕਿ ਥੈਂਕ ਗੋਡ ਯੂ ਹੈਵ ਗਿਵਨ ਮੀ ਸੋ ਮਚ, ਜਿਹੜਾ ਕਿ ਮੈਂ ਕਦੇ ਸੋਚਿਆ ਵੀ ਨਹੀਂ ਸੀ। ਇਟਸ ਆਲਵੇਜ਼ ਨਾਈਸ ਟੂ ਬੀ ਗ੍ਰੇਟਫੁਲ ਐਂਡ ਰਿਮੈਂਬਰ ਦੋਜ਼ ਡੇਜ਼, ਹੈ ਨਾ। ਤੁਸੀਂ ਨਜ਼ਰੀਏ ਦੀ ਗੱਲ ਕਰਦੇ ਸੀ ਕਿ ਤੁਸੀਂ ਚਾਹੁੰਦੇ ਨਹੀਂ ਸੀ ਵੀ ਕੋਈ ਤੁਹਾਡੇ ਵੱਲ ਵੇਖੇ, ਪਰ ਤੁਹਾਡੇ ਵੱਲ ਜਿਹੜੇ ਵੇਖਦੇ ਸੀ ਬੜੇ ਵੱਡੇ ਨਾਂ ਇੰਡਸਟਰੀ ਦੇ ਵਿੱਚ ਸੀ ਉਸ ਟਾਈਮ ਦੇ ਵਿੱਚ। ਜੇ ਅਸੀਂ ਗੱਲ ਕਰਦੇ ਬਲਦੇਵ ਮਸਤਾਨੀ ਦੀ, ਚਰਨਜੀਤ ਅਹੂਜਾ ਦੀ, ਜਿਨ੍ਹਾਂ ਨੇ ਤੁਹਾਡੇ ਦੇ ਵਿੱਚ ਇਹ ਕਲਾ ਦੇਖੀ ਸੁਣੀ। ਸੋ ਯੂ ਵਰ ਵੈਰੀ ਲੱਕੀ ਕਿ ਤੁਸੀਂ ਐਕਚੁਅਲੀ ਵੈਸੇ ਹੀ ਇੰਡਸਟਰੀ ਦੇ ਵਿੱਚ ਸ਼ੌਂਕ ਨਾਲ ਹੀ ਪੈਰ ਪਾਇਆ ਸੀ, ਕਰੀਅਰ ਬਾਰੇ ਨਹੀਂ ਸੋਚਿਆ ਸੀ, ਰਾਈਟ? ਨੋ, ਨਾਟ ਐਟ ਆਲ। ਯਾ ਉਦੋਂ ਜਦੋਂ ਸ਼ੁਰੂ ਕੀਤਾ ਸੀਗਾ ਗਾਉਣਾ, ਉਦੋਂ ਇੱਕ ਸਿਰਫ ਜਿਵੇਂ ਸ਼ੌਕ ਸੀਗਾ ਕਿ ਹਾਂਜੀ ਸਟੇਜ 'ਤੇ ਜਾਣਾ ਕਿ ਮੈਂ ਗਾ ਰਹੀ ਹਾਂ। ਉਦੋਂ ਸੁੱਖੀ ਮੈਨੂੰ ਸਮਝ ਵੀ ਨਹੀਂ ਸੀ, ਆਮ ਸੌਰੀ ਟੂ ਸੇ ਦੈਟ, ਕਿ ਮੈਨੂੰ ਗਾਣੇ ਦੀ ਵੀ ਕੋਈ ਖਾਸ ਸਮਝ ਨਹੀਂ ਸੀ। ਇਹ ਜਿੱਦਾਂ ਮੈਂ ਰਿਕਾਰਡਿੰਗਸ ਕੀਤੇ ਆ, ਚੰਗੇ ਲੋਕਾਂ ਦਾ ਸਾਥ ਮੈਨੂੰ ਮਿਲਿਆ ਆ, ਉੱਦਾਂ ਮੇਰਾ ਜਿਹੜਾ ਗਾਣਾ ਵੀ ਸੀ ਉਹ ਵੀ ਮੇਰਾ ਇੰਪਰੂਵ ਹੁੰਦਾ ਰਿਹਾ। ਇੰਗਲੈਂਡ ਦੇ ਵਿੱਚ there were so many groups ਜਿਨ੍ਹਾਂ ਨੂੰ ਦੇਖ ਕੇ ਮੈਂ ਸਿੱਖਿਆ। ਮੈਂ ਤਾਂ ਅਕਸਰ ਕਹਿੰਦੀ ਹੁੰਦੀ ਹਾਂ ਕਿ ਜਿੰਨੇ ਵੀ ਇੰਗਲੈਂਡ ਦੇ ਗਰੁੱਪ ਨੇ ਨਾ, ਉਹ ਸਾਰੇ ਮੇਰੇ ਗੁਰੂ ਨੇ। ਜਿਨ੍ਹਾਂ ਲੋਕਾਂ ਨੂੰ ਮੈਂ ਦੇਖ ਕੇ ਮੈਂ ਕੁਛ ਸਿੱਖਿਆ। Every day, even today, I'm learning. Right. So I'm really thankful to all those groups, and then my music directors, ਜਿਨ੍ਹਾਂ ਨੇ during the recordings ਮੈਨੂੰ correct ਕੀਤਾ, ਮੈਨੂੰ ਸਿਖਾਇਆ, ਮੈਨੂੰ ਦੱਸਿਆ। And fortunately, I've always come across very guni people, very talented people, ਜਿਨ੍ਹਾਂ ਦੇ ਨਾਲ ਮੈਂ ਕੰਮ ਕੀਤਾ। ਵੈਰੀ ਲੱਕੀ। ਐਂਡ ਮੈਨੂੰ ਲੱਗਦਾ ਤੁਹਾਡੀ ਐਨਰਜੀ ਇਹੋ ਜਿਹੇ ਲੋਕਾਂ ਨੂੰ ਤੁਹਾਡੇ ਕੋਲ ਖਿੱਚਦੀ ਆ। ਜੇ ਅਸੀਂ ਗੱਲ ਕਰੀਏ ਵੀ ਜਿਹੜੇ ਗੀਤ ਤੋਂ ਤੁਹਾਡੀ ਪਛਾਣ ਬਣੀ, ਐਲਬਮਸ ਤਾਂ ਤੁਹਾਡੀ ਬਹੁਤ ਸੀਗੀਆਂ 1981 'ਚ ਤੁਸੀਂ ਜਦੋਂ ਸ਼ੁਰੂ ਕੀਤਾ ਸੀਗਾ, ਪਰ ਆਈ ਥਿੰਕ ਜਿਹੜਾ ਤੁਹਾਡਾ ਐਵਰਗ੍ਰੀਨ ਗੀਤ ਹੈ ਜਿਹਦੇ ਕਰਕੇ ਤੁਹਾਡੀ ਪਛਾਣ ਬਣੀ ਆ, ਭਿੱਜ ਗਈ ਕੁੜਤੀ ਲਾ, Yes, that was released in 1986. In 86, 1986 ਉਹ ਵੀ ਦੂਰਦਰਸ਼ਨ 'ਤੇ ਹੈ ਨਾ? ਦੂਰਦਰਸ਼ਨ 'ਤੇ ਜਾਂ HM ਉਹ ਕੀਤਾ ਸੀ, ਸੋਨੋਟੋਨ ਕੰਪਨੀ ਨੇ ਰਿਲੀਜ਼ ਕੀਤਾ ਸੀ। ਐਂਡ ਦੈਨ ਹਰਜੀਤ ਭਾਜੀ ਸੀਗੇ ਔਨ ਜਲੰਧਰ ਦੂਰਦਰਸ਼ਨ ਐਟ ਦੈਟ ਟਾਈਮ। ਉਹਨਾਂ ਦੇ ਸੱਦੇ 'ਤੇ ਮੈਂ ਜਲੰਧਰ ਦੂਰਦਰਸ਼ਨ ਗਈ। ਮੈਂ ਇਹ ਹਰ ਜਗ੍ਹਾ ਮੈਂ ਇਹ ਮੈਂਸ਼ਨ ਕਰਦੀ ਹੁੰਦੀ ਹਾਂ ਗੱਲ ਕਿ ਜਦੋਂ ਮੈਂ ਉੱਥੇ ਗਈ, ਮੈਂ ਇੰਗਲੈਂਡ ਤੋਂ ਗਈ ਸੀ, ਮੇਰੇ ਕੋਲ ਪ੍ਰੋਪਰ ਟਰਡੀਸ਼ਨਲ ਸੂਟ ਨਹੀਂ ਸੀਗਾ ਪਾਉਣ ਲਈ, ਔਰ ਜਿਹੜਾ ਮੈਂ ਪਾਇਆ ਹੋਇਆ ਸੀ ਸੂਟ, ਉਹ ਕਹਿੰਦੇ ਵੀ ਨਹੀਂ, ਦਿਸ ਇਜ਼ ਟੂ ਮਾਡਰਨ, ਕਿ ਸਾਨੂੰ ਟਰਡੀਸ਼ਨਲ ਚਾਹੀਦਾ। ਔਰ ਉੱਥੇ ਹੁਣ ਮੈਂ ਕਿੱਥੋਂ ਲੈ ਕੇ ਆਵਾਂ? ਗਿੱਧੇ ਵਾਲੀ ਕੁੜੀ ਦਾ ਮੈਂ ਸੂਟ ਬੋਰੋ ਕਰਕੇ ਪਾਇਆ, ਖੁੱਲ੍ਹਾ ਵੀ ਸੀਗਾ। ਦੇਖੋ ਸਿੰਪਲਿਸਿਟੀ ਜੀ, ਗੱਲ ਤੁਸੀਂ ਬਾਲਾ ਨਹੀਂ ਸੋਚਦੇ। ਹਾਂ, ਕਦੇ ਨਹੀਂ। ਉਹ ਤੋਂ ਗਿੱਧੇ ਵਾਲੀ ਕੁੜੀ ਦਾ ਸੂਟ ਬੋਰੋ ਕੀਤਾ, ਖੁੱਲ੍ਹਾ ਵੀ ਸੀਗਾ, ਬਸ ਦੁਪੱਟਾ ਜਿਹਾ ਲੈ ਕੇ, ਬਸ ਬੁੱਤਾ ਲਾਉਣਾ ਸੀ, ਟਾਈਮ ਸਾਰਨਾ ਸੀ। ਹਾਂ, ਟਾਈਮ ਸਾਰਨਾ ਸੀ। ਅਤੇ ਉਹ ਮੇਰੇ ਐਂਡ ਦੈਟ ਵਾਜ਼ ਲਾਈਕ ਓਵਰਨਾਈਟ, ਜਿਵੇਂ ਨੈਕਸਟ ਮੋਰਨਿੰਗ ਇਟ ਵਾਜ਼ ਟਾਕ ਆਫ ਦਾ ਟਾਊਨ ਕਿ ਹਾਂਜੀ ਤੁਸੀਂ ਰਾਤ ਗਾਣਾ ਦੇਖਿਆ ਕੁੜੀ ਦਾ, ਭਿੱਜ ਗਈ ਕੁੜਤੀ ਲਾਲ ਗਿੱਧੇ ਵਿੱਚ। ਔਰ ਕੁੜੀਆਂ ਨੇ ਉਦੋਂ ਜਿਹੜੀਆਂ ਕਾਲਜ ਅਤੇ ਸਕੂਲਾਂ 'ਚ ਪੜ੍ਹਦੀਆਂ ਸੀ, ਉਹਨਾਂ ਨੇ ਸੇਮ ਸੂਟ ਸਮਾ ਕੇ ਉਹੋ ਜਿਹੀ ਰੰਗ ਦੇ, ਉਹੋ ਜਿਹੀ ਸਟਾਈਲ, ਜਾਂ ਉਹਨਾਂ ਨੇ ਗਿੱਧੇ 'ਤੇ ਜਿਹਦੇ ਆਪਣੇ ਕੰਪੀਟੀਸ਼ਨ ਹੁੰਦੇ ਆ ਗਿੱਧੇ ਦੇ, ਭੰਗੜੇ ਦੇ, ਹੈ ਨਾ, ਉਹਨਾਂ ਨੇ ਉਹੋ ਜਿਹੀ ਸੂਟ, ਉਹੀ ਐਕਸ਼ਨ, ਉਹੀ ਹੇਅਰ ਸਟਾਈਲ, ਸਾਰਾ ਕੁਛ ਕਰਕੇ ਉਹਨੇ ਦੇ ਕਾਪੀਡ ਮੀ। And that was when I think about it, I really feel kinda magical, like a moment see dynamic, it was magical, and definitely. So ਹੁਣ ਜੇ ਅਸੀਂ ਉਹ ਗੀਤ ਦਾ ਜ਼ਿਕਰ ਕੀਤਾ ਤੇ ਬ੍ਰੇਕ ਤੋਂ ਪਹਿਲਾਂ ਜੇ ਉਹ ਤੇ ਦੋ ਬੋਲ ਹੋ ਜਾਣ। Sure, why not? ਸੱਪਣੀ ਦੇ ਵਾਂਗ ਵਾਲੇ ਖਾਂਦਾ ਜਦੋਂ ਲੱਕ ਮੇਰਾ, ਘੁੰਗਰੂ ਛਣਕ ਦੇ ਨਾਲ ਗਿੱਧੇ ਵਿੱਚ ਨੱਚਦੀ ਦੀ ਮੇਰੀ, ਭਿੱਜ ਗਈ ਕੁੜਤੀ ਲਾਲ ਗਿੱਧੇ ਵਿੱਚ ਨੱਚਦੀ ਦੀ ਮੇਰੀ, ਭਿੱਜ ਗਈ ਕੁੜਤੀ ਲਾਲ ਗਿੱਧੇ ਵਿੱਚ ਨੱਚਦੀ ਦੀ।
ਵਾਹ ਕਮਾਲ, ਆਈ ਲਵ ਇਟ। ਐਂਡ ਪਤਾ ਨਹੀਂ ਤੁਸੀਂ ਐਨਰਜੀ ਨਹੀਂ ਕਿੱਥੋਂ ਲੈ ਕੇ ਆਉਂਦੇ। ਅਸੀਂ ਥੋੜ੍ਹੇ ਜਿਹੇ ਸਟਾਰਡਮ ਦੀ ਗੱਲ ਕਰਦੇ ਹਾਂ ਬਿਕਾਜ਼ ਮੈਨੂੰ ਲੱਗਦਾ ਕਿ ਉਸ ਟਾਈਮ ਤੁਹਾਡੇ ਏਰਾ ਦੇ ਜਿਹੜੇ ਕਲਾਕਾਰਾਂ ਨੇ ਉਹਨਾਂ ਨੇ ਅਸਲੀ ਜਿਹੜੀ ਇਹ ਸਟਾਰਡਮ ਦਾ ਜਿਹੜਾ ਵੇਲਾ ਇਹਨੂੰ ਹੰਢਾਇਆ ਬਿਕਾਜ਼ ਕੋਈ ਚੀਜ਼ ਨਹੀਂ ਸੀ ਜਿਹਦੇ 'ਤੇ ਤੁਸੀਂ ਆਪਣੇ ਕਾਮਯਾਬੀ ਨੂੰ ਤੋਲ ਸਕਦੇ ਸੀ। ਕੋਈ ਵਿਊਜ਼ ਨਹੀਂ ਹੁੰਦੇ ਸੀ, ਕੋਈ ਨੰਬਰਸ ਨਹੀਂ ਹੁੰਦੇ ਸੀ, ਹੈ ਨਾ। ਸੋ ਆਫ ਏਅਰ ਆਪਾਂ ਗੱਲਾਂ ਕਰਦੇ ਸੀ, ਬੜੀ ਵਧੀਆ ਮੈਨੂੰ ਲੱਗੀਆਂ ਬਿਕਾਜ਼ ਆਪਾਂ ਗੱਲਾਂ ਕਰਦੇ ਸੀ ਕਿ ਜਿਹੜੇ ਤੁਹਾਡੇ ਜਿਹੜੇ ਗੀਤ ਹੈ ਬੜੇ ਐਵਰਗ੍ਰੀਨ ਆ ਵੀ ਕਿੰਨਾ ਚਿਰ ਪਹਿਲਾਂ ਇਹ ਰਿਲੀਜ਼ ਹੋਇਆ ਸੀ 1986 ਦੇ ਵਿੱਚ ਇਹ ਜਿਹੜਾ ਗੀਤ ਆ। ਐਂਡ ਯੂ ਨੋ ਵੈਨ ਵੀ ਟਾਕ ਅਬਾਊਟ ਕਿੱਦਾਂ ਇਹ ਮਕਬੂਲ ਹੋਏ, ਕਿੰਨਾ ਇਹਨਾਂ ਨੂੰ ਭਰਮਾ ਹੰਗਾਰਾ, ਕਿੰਨਾ ਪਿਆਰ ਇਹਨੂੰ ਤੁਹਾਡੇ ਸਰੋਤਿਆਂ ਤੋਂ ਤੁਹਾਡੇ ਚਾਹੁਣ ਵਾਲਿਆਂ ਤੋਂ ਇਹਨੂੰ ਮਿਲਿਆ, ਉਦੋਂ ਤੁਸੀਂ ਕਿਵੇਂ ਤੋਲਦੇ ਸੀ ਪਿਆਰ ਨੂੰ? ਇਹ ਗੱਲਾਂ ਸਾਨੂੰ ਦੱਸੋ। ਅੱਜ ਕੱਲ੍ਹ ਦੇਖੋ ਡਿਜੀਟਲ ਮੀਡੀਆ ਆ, ਵੀ ਆਲ ਨੋ ਦੈਟ ਕਿ ਹਾਂਜੀ ਇਹਦੇ ਕਿੰਨੇ ਵਿਊਜ਼ ਹੋ ਗਏ, ਈਵਨ ਵਿਊਜ਼ ਵੀ ਅੱਜ ਕੱਲ੍ਹ ਤਾਂ ਖਰੀਦੇ ਜਾਂਦੇ ਆ ਜੀ, ਵੀ ਆਲ ਨੋ। ਹਾਂਜੀ ਬਿਲਕੁਲ। ਇਨ ਦੋਜ਼ ਡੇਜ਼ ਮਾਪਤੋਲ ਕੀ ਹੁੰਦਾ ਸੀਗਾ ਕਿ ਇਹ ਕੈਸਟ ਜਾਂ ਤਾਂ ਕੰਪਨੀ ਤੋਂ ਪਤਾ ਲੱਗਦਾ ਸੀ ਕਿ ਅਸੀਂ ਇੰਨੀਆਂ ਕੈਸਟਸ ਵੇਚਤੀਆਂ, ਇੰਨੀਆਂ CDs ਵੇਚਤੀਆਂ, ਇੰਨੇ LPs ਵੇਚਦੇ, ਜਾਂ ਫਿਰ ਇੱਕ ਆਮ ਇਨਸਾਨ ਨੂੰ ਕਿੱਥੋਂ ਪਤਾ ਲੱਗਦਾ ਸੀ ਕਿ ਇਹ ਕੈਸਟ ਸੁਪਰ ਹਿੱਟ ਆ? ਜਦੋਂ ਕਿਤੇ ਫਾਟਕਾਂ 'ਤੇ ਬੱਸ ਨੇ ਖੜ੍ਹੇ ਹੋ ਜਾਣਾ, ਉੱਥੇ ਆਲੇ ਦੁਆਲੇ ਦੁਕਾਨਾਂ ਹੁੰਦੀਆਂ ਸੀ ਕੈਸਟਸ ਦੀਆਂ, ਮਿਊਜ਼ਿਕ ਸ਼ਾਪਸ ਹੁੰਦੀਆਂ ਸੀ, ਉਹਨਾਂ 'ਤੇ ਜਿਹੜੇ ਗਾਣੇ ਵੱਜ ਰਹੇ ਨੇ ਸਮਝੋ ਉਹ ਹਿੱਟ ਨੇ। ਉਹ ਤੋਂ ਬਾਅਦ ਜਿਹੜੇ ਬੱਸਾਂ 'ਚ, ਟਰਾਲੀਆਂ 'ਤੇ, ਟਰੈਕਟਰਾਂ 'ਤੇ ਜਿਹੜੇ ਗਾਣੇ ਵੱਜ ਰਹੇ ਨੇ ਸਮਝੋ ਹਿੱਟ ਆ। ਉਹਦਾ ਮਾਪਤੋਲ ਇਹੀ ਹੁੰਦਾ ਸੀ ਕਿ ਜਿੱਥੇ ਦੇਖੋ ਤੁਸੀਂ ਦੁਕਾਨਾਂ 'ਚ ਉੱਚੀ ਉੱਚੀ ਗਾਣੇ ਜਿਹੜੇ ਵੱਜ ਰਹੇ ਨੇ ਉਹ ਗਾਣੇ ਹਿੱਟ ਨੇ। ਸੋ ਉਹ ਬੜਾ ਚੰਗਾ ਲੱਗਦਾ ਸੀ ਕਿਉਂਕਿ ਉਹ ਐਰਾ ਮੈਂ ਦੇਖਿਆ ਜਦੋਂ ਅਸੀਂ ਸ਼ੋਜ਼ ਵਗੈਰਾ ਕਰਕੇ ਕੋਈ ਰੇਲਵੇ ਫਾਟਕ ਬੰਦ ਹੋਣਾ, ਉੱਥੇ ਖੜ੍ਹੇ ਹੋਣਾ, ਸਾਡੀ ਗੱਡੀ ਦੇ ਸ਼ੀਸ਼ੇ ਤਾਂ ਕਾਲੇ ਹੁੰਦੇ ਸੀ, ਕਿਸੇ ਨੂੰ ਪਤਾ ਨਹੀਂ ਸੀ ਹੁੰਦਾ ਕੌਣ ਬੈਠਾ, ਪਰ ਜਦੋਂ ਆਪਣੇ ਹੀ ਗਾਣੇ ਦੁਕਾਨਾਂ 'ਤੇ ਵੱਜਦੇ ਸੁਣਦੇ ਸੀਗੇ ਉਦੋਂ ਲੱਗਦਾ ਸੀਗਾ ਕਿ ਸ਼ੁਕਰ ਹੈ ਰੱਬਾ, ਹਾਊ ਫੋਰਚੂਨੇਟ ਵੀ ਆਰ, ਪੀਪਲ ਆਰ ਲਵਿੰਗ ਅਸ ਸੋ ਮੱਚ। ਔਰ ਉਹ ਜਿਹੜਾ ਸਟਾਰਡਮ ਸੀ ਉਹ ਅੱਜ ਦੇ ਸਟਾਰਡਮ ਨਾਲੋਂ ਵੱਖਰਾ ਸੀ। ਅੱਜ ਹਰ ਆਰਟਿਸਟ ਕੋਲ ਮੀਡੀਆ ਆ, ਉਹ ਆ ਫੋਨ, ਉਹਦੇ 'ਤੇ YouTube ਲਾ ਲਓ, ਇੰਸਟਾਗ੍ਰਾਮ ਲਾ ਲਓ, ਫੇਸਬੁੱਕ ਲਾ ਲਓ। ਹਰ ਆਰਟਿਸਟ ਅੱਜ ਦੇ ਜਿਹੜਾ ਕਾਮਨ ਪਰਸਨ ਆ ਉਹਦੀ ਮੁੱਠੀ 'ਚ ਆ। ਪੀਪਲ ਕੈਨ ਜਸਟ ਗੂਗਲ ਐਂਡ ਉਹਦੀ ਉਹ ਲਾਈਫ ਹਿਸਟਰੀ ਕੱਢ ਸਕਦੇ ਨੇ, ਉਹਦਾ ਮਿਊਜ਼ਿਕ ਉਹਨੇ ਕੀ ਕੁਛ ਗਾਇਆ, ਕਿੱਦਾਂ ਗਾਇਆ, ਕਿਹੜਾ ਕਿਵੇਂ, ਕਿੰਨੇ ਵਿਊਜ਼ ਨੇ, ਕਿੱਦਾਂ ਚੱਲੇ, ਉਹ ਸਾਰਾ ਕੁਛ ਉਹਨਾਂ ਨੂੰ ਇਕੱਲੇ ਇੱਕ ਕਾਮਨ ਮੈਨ ਆ ਜਿਹੜਾ ਉਹਨੂੰ ਪਤਾ ਲੱਗ ਜਾਂਦਾ। ਉਹਨਾਂ ਦਿਨਾਂ 'ਚ ਜਿਹੜਾ ਆਰਟਿਸਟ ਸੀ ਉਹ ਅਪਰੋਚੇਬਲ ਨਹੀਂ ਸੀ। ਤੁਸੀਂ ਦੇਖੋ ਜਲੰਧਰ ਦੂਰਦਰਸ਼ਨ ਉਹ ਵੀ ਸ਼ਾਮ ਨੂੰ 5 ਤੋਂ 7 2 ਘੰਟੇ ਚੱਲਦਾ ਹੁੰਦਾ ਸੀ ਰੋਜ਼, ਠੀਕ ਆ। ਔਰ ਲੋਕ ਤਰਸਦੇ ਹੁੰਦੇ ਸੀ ਕਿ ਜਿਹੜੇ ਲੋਕਾਂ ਨੂੰ, ਜਿਹੜੇ ਕਲਾਕਾਰਾਂ ਨੂੰ ਉਹ ਦੂਰਦਰਸ਼ਨ ਤੋਂ ਦੇਖ ਰਹੇ ਨੇ ਉਹਨਾਂ ਨੂੰ ਨੇੜੇ ਤੋਂ ਦੇਖਣ। ਸੋ ਇੱਕ ਮੈਂ ਛੋਟਾ ਜਿਹਾ ਐਕਸਪੀਰੀਅੰਸ ਤੁਹਾਡੇ ਨਾਲ ਸ਼ੇਅਰ ਕਰਨ ਲੱਗੀ। ਜਲੰਧਰ ਦੂਰਦਰਸ਼ਨ 1994 'ਚ ਜਿਹੜਾ ਅਸੀਂ ਵੈਲਕਮ 94 ਨਵੇਂ ਸਾਲ ਦਾ ਪ੍ਰੋਗਰਾਮ, ਰੂੜਾ ਮੰਡੀ ਜਾਵੇ ਡੰਡੀਓ ਡੰਡੀ ਜਾਵੇ, ਉਹਦੀ ਰਿਕਾਰਡਿੰਗ ਸੀ। ਔਰ ਜਦੋਂ ਮੈਂ ਨਿਕਲਣ ਲੱਗੀ ਨਾ, ਕਿੰਨੇ ਨਾਲ ਸਿਕਿਉਰਿਟੀ ਵਾਲੇ ਆ ਗਏ, ਕਹਿੰਦੇ ਜੀ ਆ ਜਾਓ, ਤੁਹਾਡੀ ਸ਼ੂਟ ਤਿਆਰ ਆ, ਕੁੜੀਆਂ ਤਿਆਰ ਨੇ, ਤਾਂ ਲੈਟਸ ਗੋ ਐਂਡ ਸ਼ੂਟ ਦਾ ਸੌਂਗ। ਉੱਥੇ ਕਾਲਜ ਦੇ ਬੱਚੇ, ਕਾਲਜ ਦੇ ਮੁੰਡੇ ਕੁੜੀਆਂ ਸਾਰੇ, ਉਹਨਾਂ ਨੂੰ ਐਂ ਸੀ ਅਸੀਂ ਨੀਰੂ ਨੂੰ ਦੇਖਣਾ, ਅਸੀਂ ਨੀਰੂ ਨੂੰ ਦੇਖਣਾ। ਮੈਂ ਕਿਉਂਕਿ ਔਨ ਦ ਸਕਰੀਨ ਯੂ ਲੁੱਕ ਸੋ ਹਿਊਜ, ਹੈ ਨਾ। ਜਦੋਂ ਮੈਂ ਕੋਲੋਂ ਦੀ ਲੰਘੀ ਨਾ, ਆਈ ਹਰਡ ਅ ਕਮੈਂਟ, ਔਰ ਇੰਨਾ ਕਿਊਟ ਕਮੈਂਟ ਆ, ਮੈਂ ਹਮੇਸ਼ਾ ਸ਼ੇਅਰ ਕਰਦੀ ਹਾਂ। ਸੋ ਕਹਿੰਦਾ ਕਮਲਜੀਤ ਨੀਰੂ, ਕਮਲਜੀਤ ਨੀਰੂ, ਆਹਾ ਕਮਲਜੀਤ ਨੀਰੂ ਆ। Wow, yeah. So they were so surprised कि she's just like I was like an aam insan, right? एक आम इंसान, I was smiling, ਉਹਨਾਂ ਨੂੰ ਮੈਂ ਵੇਵ ਕਰ ਰਹੀ ਸੀ, ਸਤਿ ਸ਼੍ਰੀ ਅਕਾਲ ਬੁਲਾ ਰਹੀ ਸੀ। ਜਦੋਂ ਮੈਂ ਉਹਨਾਂ ਨੂੰ ਲੱਗਿਆ ਓ ਮਾਈ ਗॉड, ਇਹ ਤਾਂ ਸਾਡੇ ਵਰਗੀ ਹੋਈ ਆ, ਹੈ ਨਾ। ਸੋ ਉਹ ਜਿਹੜਾ ਮੈਂ ਇੱਕ ਕਨੈਕਸ਼ਨ ਆਪਣੇ ਫੈਨਸ ਦੇ ਨਾਲ ਕ੍ਰੀਏਟ ਕੀਤਾ ਆ ਆਪਣੇਪਣ ਦਾ, ਉਹ ਅੱਜ ਤੱਕ ਬਣਿਆ ਹੋਇਆ ਆ। ਕਿਉਂਕਿ ਜਿਹੜੀ ਸਟਾਰਡਮ ਆ ਉਹ ਤਾਂ ਉਤਰ ਜਾਂਦੀ ਆ, ਉਹਦਾ ਇੱਕ ਨਸ਼ਾ ਆ, ਥੋੜ੍ਹੀ ਦੇਰ ਬਾਅਦ ਉਤਰ ਜਾਂਦਾ, ਪਰ ਜਿਹੜਾ ਆਪਣਾਪਣ ਤੁਸੀਂ ਕਿਸੇ ਨੂੰ ਕਿ ਫੀਲ ਕਰਾਉਂਦੇ ਹੋ, ਕਿਸੇ ਨੂੰ ਇਹ ਫੀਲ ਕਰਾਉਂਦੇ ਹੋ ਕਿ ਮੈਂ ਤੁਹਾਡੇ ਵਾਂਗੂ ਹੀ ਹਾਂ, ਮੈਂ ਕੋਈ ਖਾਸ ਨਹੀਂ ਹਾਂ, ਇਹ ਇੱਕ ਮੇਰੀ ਜੋਬ ਆ। ਜਿਹੜਾ ਗਾਣਾ ਆ, ਤੁਸੀਂ ਕੋਈ ਆਫਿਸ 'ਚ ਕੰਮ ਕਰਕੇ ਆਪਣੇ ਬ੍ਰੈਡ ਬਟਰ ਕਮਾਉਂਦਾ ਆ, ਕੋਈ ਸਟੇਜ 'ਤੇ ਜਾ ਕੇ ਗਾ ਕੇ ਆਪਣਾ
ਯੂ ਨੋ ਬ੍ਰੈਡ ਐਂਡ ਇਟਸ ਵੀ ਆਰ ਜਸਟ ਇਕੁਅਲ ਨੋ ਜਦੋਂ ਤੁਸੀਂ ਆਪਣੀ ਇਕੁਐਲਿਟੀ ਉਹਨਾਂ ਨਾਲ ਸ਼ੇਅਰ ਕਰਦੇ ਹੋ ਕਿ ਮੈਂ ਵੀ ਤੁਹਾਡੇ ਵਰਗੀ ਦੇ ਲਵ ਇਟ ਐਂਡ ਉਹ ਫਿਰ ਇੱਕ ਹੋਰ ਨੇੜਤਾ ਨਾ ਇੱਕ ਜੋੜ ਦਿੰਦੀ ਹੈ ਵੀ ਉਹ ਹੋਰ ਤੁਹਾਨੂੰ ਫਿਰ ਨੇੜੇ ਹੋ ਜਾਂਦੇ ਆ ਰਾਈਟ ਐਂਡ ਦੈਨ ਦੇ ਰਿਸਪੈਕਟ ਯੂ ਮੋਰ ਯੈਸ ਐਂਡ ਜਦੋਂ ਫਿਰ ਮੈਂ ਸ਼ੋਜ਼ ਕਰਨ ਜਾਣਾ ਜਿਹੜੇ ਜਿਨ੍ਹਾਂ ਨੇ ਬੁਕਿੰਗ ਕੀਤੀ ਹੁੰਦੀ ਸੀ ਵਿਆਹ ਦੀ ਜਾਂ ਕਿਸੇ ਵੀ ਸ਼ੋਜ਼ ਦੀ ਉਹਨਾਂ ਨੇ ਕਹਿਣਾ ਸਭ ਤੋਂ ਵਧੀਆ ਜਿਹੜਾ ਮੈਨੂੰ ਕੰਪਲੀਮੈਂਟ ਉਹਨਾਂ ਵੱਲੋਂ ਮਿਲਿਆ ਉਹ ਕਹਿੰਦੇ ਕਿ ਸਾਨੂੰ ਐਂ ਨਹੀਂ ਲੱਗਦਾ ਕਿ ਸਾਡੇ ਘਰੇ ਕੋਈ ਆਰਟਿਸਟ ਪਰਫਾਰਮ ਕਰਨ ਆਈ ਆ ਸਾਨੂੰ ਐਂ ਲੱਗਦਾ ਕਿ ਸਾਡੇ ਆਪਣੇ ਘਰ ਦੀ ਉਹ ਧੀ ਆ ਕੋਈ ਭੈਣ ਆ ਕੋਈ ਸਾਡੇ ਆਪਣੇ ਘਰ ਦੀ ਕੁੜੀ ਆ ਕਿਉਂਕਿ ਇੱਕ ਤਾਂ ਮੇਰਾ ਪਹਿਰਾਵਾ ਬਹੁਤ ਸਿੰਪਲ ਹੁੰਦਾ ਸੀ ਮੈਂ ਕਦੇ ਕੋਈ ਤੜਕਵੇਂ ਭੜਕਵੇਂ ਕੱਪੜੇ ਨਹੀਂ ਸੀ ਕੋਈ ਇੱਦਾਂ ਨਹੀਂ ਕਿ ਓਵਰ ਜਿਊਲਰੀ ਜਾਂ ਹੇਅਰ ਸਟਾਈਲ ਜਾਂ ਕੁਛ ਇੱਦਾਂ ਦਾ ਯੂਜ਼ ਟੂ ਬੀ ਵੈਰੀ ਸਿੰਪਲ ਜੇ ਮੈਂ ਆਮ ਕੋਈ ਮੈਨੂੰ ਪਿੱਛੋਂ ਦੇਖੇ ਜਾਂ ਮੈਂ ਇੱਕ ਭੀੜ 'ਚ ਤੁਰੀ ਜਾਂਦੀ ਹਾਂ ਅੰਟਿਲ ਕੋਈ ਮੂੰਹ ਮੇਰੇ ਫੇਸ ਵੱਲ ਨਹੀਂ ਦੇਖਦਾ ਉਹਨਾਂ ਨੂੰ ਇਹ ਲੱਗਣਾ ਇੱਕ ਸਧਾਰਨ ਕੁੜੀ ਆ ਸੋ ਉਹ ਇੱਕ ਜਿਹੜੀ ਸਿੰਪਲਿਸਿਟੀ ਸੀ ਨਾ ਉਹਨੇ ਜਿਹੜੀ ਮੇਰੀ ਆਡੀਅנס ਨੇ ਬਹੁਤ ਪਸੰਦ ਕੀਤੀ ਜੀ ਸੋ ਤੁਸੀਂ ਨਾ ਹੁਣ ਜੇ ਆਪਾਂ ਗੱਲ ਕਰੀਏ ਕਲਚਰਲੀ ਫੋਕਲੋਰ ਦੇ ਨਾਲ ਤੁਸੀਂ ਬੜਾ ਸਿੰਪਲਿਸਿਟੀ ਦੇ ਵਿੱਚ ਸਾਡੀ ਮਾਂ ਬੋਲੀ ਨੂੰ ਸੰਭਾਲਿਆ ਸਾਡੇ ਪਹਿਰਾਵੇ ਨੂੰ ਸੰਭਾਲਿਆ ਯੂ ਨੋ ਸਾਡੀ ਜਿਹੜੀ ਕੁੜੀਆਂ ਦਾ ਆਈ ਥਿੰਕ ਜਿਹੜੀ ਸਾਡੀ ਯੂ ਨੋ ਇੱਕ ਜਿਹੜਾ ਸ਼ੌਂਕ ਸਾਡੇ ਆ ਹੈ ਨਾ ਨੱਚਣ ਗਾਉਣ ਦੇ ਬੋਲੀਆਂ ਦੇ ਟੱਪਿਆਂ ਦੇ ਤੁਸੀਂ ਇਹ ਸਾਰੀਆਂ ਚੀਜ਼ਾਂ ਨਾ ਸੰਭਾਲ ਕੇ ਰੱਖੀਆਂ ਨੇ ਮੈਨੂੰ ਲੱਗਦਾ ਤਾਂ ਹੀ ਅੱਜ ਵੀ ਉਹਨਾਂ ਤੁਹਾਨੂੰ ਪਿਆਰ ਜਿੱਦਾਂ ਹੁਣ ਤੁਸੀਂ ਜ਼ਿਕਰ ਕੀਤਾ ਤੁਸੀਂ ਇੰਗਲੈਂਡ ਜਾ ਕੇ ਆਏ ਸਿਆਟਲ 'ਚ ਤੁਹਾਨੂੰ ਪਿਆਰ ਮਿਲਦਾ ਐਂਡ ਦ ਬਿਊਟੀ ਆਫ ਇਟ ਇਜ਼ ਇਟਸ ਫਰਮ ਆਲ ਏਜਸ ਸੋ ਸਾਡੀਆਂ ਬੱਚੀਆਂ ਤੋਂ ਲੈ ਕੇ ਭੈਣਾਂ ਮਾਤਾਵਾਂ ਤੱਕ ਸਾਰੇ ਤੁਹਾਡੇ ਨਾਲ ਜੁੜੇ ਹੋਏ ਆ ਸੋ ਯੂ ਨੋ ਇੰਨਾ ਤੁਸੀਂ ਆਡੀਅנס ਨੂੰ ਕੀਲ ਕੇ ਰੱਖਣਾ ਇਸ ਦੇ ਵਿੱਚ ਖਾਸ ਕਰਕੇ ਜਦੋਂ ਇੰਨਾ ਕੰਪੀਟੀਸ਼ਨ ਹੋ ਗਿਆ ਇੰਨੇ ਨਵੇਂ ਗਾਇਕ ਹੈ ਨਾ ਉੱਠਿਆ ਸੋ ਸਭ ਤੋਂ ਪਹਿਲਾਂ ਯੂ ਨੋ ਕੰਗ੍ਰੈਚੁਲੇਸ਼ਨਸ ਫॉर दैट ਮੈਨੂੰ ਪਤਾ ਅੱਜ ਤੁਹਾਡੇ ਕੋਲ ਟਾਈਮ ਬਿਲਕੁਲ ਥੋੜ੍ਹਾ ਆ ਅਤੇ ਹੁਣ ਜੇ ਅਸੀਂ ਫੋਕਲੋਰ ਦੀ ਗੱਲ ਕਰਦੇ ਹਾਂ ਅਸੀਂ ਤੀਆਂ ਦੀ ਗੱਲ ਕਰਦੇ ਹਾਂ ਅਸੀਂ ਉਹ ਬੋਲੀਆਂ ਦੀ ਗੱਲ ਕਰਦੇ ਹਾਂ ਯੂ ਨੋ ਇੱਕ ਤਾਂ ਤੁਹਾਡੇ ਵਿੱਚ ਐਨਰਜੀ ਬਹੁਤ ਆ ਅਤੇ ਇਹਦਾ ਰਾਜ਼ ਮੈਂ ਜ਼ਰੂਰ ਤੁਹਾਤੋਂ ਪੁੱਛਾਂਗੀ ਵੀ ਤੁਸੀਂ ਕਿੱਥੋਂ ਲੈ ਕੇ ਆਉਂਦੇ ਆ ਨਾਲ ਦੀ ਨਾਲ ਤੁਹਾਡੀ ਜਿਹੜੀ ਸਮਾਈਲ ਹੈ ਯੂ ਆਲਵੇਜ਼ ਹੈਵ ਅ ਸਮਾਈਲ ਔਨ ਯੂਰ ਫੇਸ ਵਿਚ ਇਜ਼ ਆਈ ਥਿੰਕ ਦ ਮੋਸਟ ਬਿਊਟੀਫੁਲ ਥਿੰਗ ਬਿਕਾਜ਼ ਈਵਨ ਇਫ ਯੂਰ ਹੈਵਿੰਗ ਅ ਬੈਡ ਡੇ ਯੂ ਨੋ ਵੀ ਆਲ ਹੈਵ ਲਾਈਫ ਵੀ ਆਲ ਰਾਈਟ ਫਿਰ ਵੀ ਤੁਸੀਂ ਕਿਤੇ ਨਾ ਕਿਤੇ ਉਹਨੂੰ ਪਿੱਛੇ ਰੱਖ ਕੇ ਅਤੇ ਤੁਸੀਂ ਯੂ ਕੈਰੀ ਦਿਸ ਗ੍ਰੇਸ ਦਿਸ ਰੋਇਲਟੀ ਦੈਟਸ ਵਾਈ ਕੀਪ ਸੇਇੰਗ ਰੋਇਲਟੀ ਐਂਡ ਇਹਦੇ ਪਿੱਛੇ ਰਾਜ਼ ਮੈਨੂੰ ਦੱਸੋ ਰਾਜ਼ ਸੁੱਖੀ ਕੁਛ ਵੀ ਨਹੀਂ ਹੈਗਾ ਇਟਸ ਲਵ ਆਫ ਮਾਈ ਫੈਨਸ ਉਹ ਮੈਨੂੰ ਜਿਹੜੀ ਮੇਰੀ ਐਨਰਜੀ ਆ ਉਹਨਾਂ ਕੋਲੋਂ ਮੈਨੂੰ ਇੰਨੀ ਕੁ ਪੋਜ਼ੀਟਿਵ ਐਨਰਜੀ ਮਿਲਦੀ ਆ ਐਂਡ ਸੈਕਿੰਡਲੀ ਹਮੇਸ਼ਾ ਮੇਰਾ ਇੱਕ ਯਕੀਨ ਆ ਕਿ ਜੇ ਚੰਗਾ ਵਕਤ ਨਹੀਂ ਰਿਹਾ ਤੁਹਾਡੇ 'ਤੇ ਮਾੜਾ ਵਕਤ ਵੀ ਨਹੀਂ ਰਹਿਣਾ ਇਹ ਜ਼ਿੰਦਗੀ ਦੇ ਦੋ ਪਹਿਲੂ ਨੇ ਉਤਾਰ ਚੜ੍ਹਾਅ ਜ਼ਿੰਦਗੀ 'ਚ ਆਉਂਦੇ ਰਹਿਣੇ ਆ ਦੁੱਖ ਸੁੱਖ ਜ਼ਿੰਦਗੀ 'ਚ ਆਉਂਦੇ ਰਹਿਣੇ ਆ ਉਹਨਾਂ ਨੂੰ ਤੁਸੀਂ ਚਾਹੇ ਹੱਸ ਕੇ ਲੈ ਲਓ ਚਾਹੇ ਤੁਸੀਂ ਰੋ ਕੇ ਲੈ ਲਓ ਨੋ ਉਹਨਾਂ ਨੇ ਤਾਂ ਆਉਣਾ ਹੀ ਆਉਣਾ ਔਰ ਫਿਰ ਚਲੇ ਵੀ ਜਾਣਾ ਸੋ ਇਟਸ ਬੈਟਰ ਕਿ ਵਾਈ ਬੈਠ ਕੇ ਰੋਣਾ ਧੋਣਾ ਕਾਹਦੇ ਲਈ ਠੀਕ ਆ ਰੱਬਾ ਇਹ ਵੀ ਤੇਰੀ ਰਜ਼ਾ ਸੀ ਅਤੇ ਉਹ ਵੀ ਤੇਰੀ ਰਜ਼ਾ ਸੀ ਸੋ ਉਹਦੀ ਰਜ਼ਾ 'ਚ ਰਹੋ ਉਹਦੇ ਕਰਕੇ ਮੈਨੂੰ ਕਦੇ ਵੀ ਜੇ ਕਦੀ ਦੁੱਖ ਤਕਲੀਫ ਆਉਂਦੇ ਵੀ ਨੇ ਸਮ ਹਾਓ ਆਈ ਫੀਲ ਕਿ ਜਿਹੜੀ ਰੱਬ ਦੀ ਮਿਹਰ ਆ ਨਾ ਉਹ ਹਮੇਸ਼ਾ ਮੇਰੇ ਨਾਲ ਆ ਮੈਨੂੰ ਲੱਗਦਾ ਕਿ ਕੋਈ ਵੀ ਦੁੱਖ ਜਿਹੜਾ ਵੀ ਆਉਂਦਾ ਪਰਮਾਨੈਂਟ ਨਹੀਂ ਹੈਗਾ ਯੂ ਨੋ ਇਟਸ ਜਸਟ ਫॉर दैट ਟਾਈਮ ਬੀਇੰਗ ਐਂਡ ਇਹ ਤੋਂ ਬਾਅਦ ਉਹਨੇ ਚਲੇ ਜਾਣਾ ਆ ਸੋ ਦੈਟਸ ਮਾਈ ਵੈਰੀ ਪੋਜ਼ੀਟਿਵ ਐਟੀਟਿਊਡ ਦੈਟਸ ਵਾਟ ਆਈ ਬਲੀਵ ਇਨ ਕਿ ਥਿੰਕ ਪੋਜ਼ੀਟਿਵ ਔਰ ਪੋਜ਼ੀਟਿਵ ਹੀ ਹੋਊਗਾ ਤੁਹਾਡੇ ਨਾਲ ਜੇ ਮਾੜਾ ਮੋਟਾ ਹੋ ਵੀ ਗਿਆ ਵਿੱਚ ਤਾਂ ਵੀ ਕੀ ਆ ਕੀ ਫਰਕ ਦੋ ਪਈਆਂ ਕਿੱਧਰ ਗਈਆਂ ਸਦਕੇ ਮੇਰੀ ਟੋਈ ਆ ਗੱਲ ਹੋਈ ਨਾ ਸਹੀ ਗੱਲ ਦੇਖੀ ਜਾਓ ਸੋ ਦੇਖਣ ਦੀ ਗੱਲ ਆਉਂਦੀ ਆ ਨੱਚਣ ਟੱਪਣ ਦੀ ਗੱਲ ਆਉਂਦੀ ਆ ਪੋਜ਼ੀਟਿਵਿਟੀ ਦੀ ਗੱਲ ਆਉਂਦੀ ਆ ਕੱਲ੍ਹ ਨੂੰ ਆਪਾਂ ਰਲ ਕੇ ਆਪਾਂ ਧੂਮਾਂ ਪਾਉਣੀਆਂ ਵਿਰਸਾ ਫਾਊਂਡੇਸ਼ਨ ਵੱਲੋਂ ਮੇਲਾ ਤੀਆਂ ਦਾ ਹੋਣ ਜਾ ਰਿਹਾ ਐਂਡ ਇਟਸ ਇਨ ਐਬਸਫੋਰਡ ਸੋ ਇਹਦੀਆਂ ਟਿਕਟ ਇਨਫੋਰਮੇਸ਼ਨ ਤੁਹਾਨੂੰ ਅੱਗੇ ਜਾ ਕੇ ਮੈਂ ਦਊਂਗੀ ਬਟ ਕੱਲ੍ਹ ਨੂੰ ਅਸੀਂ ਜਿਹੜੇ ਸਾਡੇ ਫੇਵਰਟ ਗੀਤ ਜ਼ਰੂਰ ਤੁਹਾਤੋਂ ਸੁਣਾਂਗੇ ਬੋਲੀਆਂ ਆਪਾਂ ਤਾਂ ਸੁਣਨੀਆਂ ਤਾਂ ਯੂ ਨੋ ਆਮ ਸੋ ਗਲੈਡ ਦੈਟ ਯੂ ਆਰ ਗੋਇੰਗ ਟੂ ਬੀ ਦੇਅਰ ਸੋ ਟੁਗੈਦਰ ਆਪਾਂ ਨੇ ਇੰਨੀਆਂ ਕੁ ਧੂਮਾਂ ਪਾਉਣੀਆਂ ਨੇ ਕਿ ਹੁਣ ਅਸੀਂ ਇਹ ਦੇਖਣਾ ਕਿ ਜਿਹੜੀ ਸਾਡੀ એનર્ਜੀ ਆ ਉਹ ਜ਼ਿਆਦਾ ਕਿ ਜਿਹੜੀਆਂ ਲੇਡੀਜ਼ ਉੱਥੇ ਸਾਰੀਆਂ ਨੇ ਰਲ ਕੇ ਆਉਣਾ ਆ ਉਹਨਾਂ ਦੀ એનર્ਜੀ ਜ਼ਿਆਦਾ ਹੈ ਅਸੀਂ ਗਾਉਂਦੇ ਥੱਕਦੇ ਆ ਕਿ ਉਹ ਨੱਚਦੀਆਂ ਥੱਕਦੀਆਂ ਆ ਦੇਖਦੇ ਆ ਕਿ ਇਹਦੇ 'ਚ ਜ਼ਿਆਦਾ ਦਮ ਆ ਇਹਦੇ 'ਚ ਜ਼ਿਆਦਾ ਦਮ ਆ ਅਸੀਂ ਇਹ ਦੇਖਣਾ ਸੋ ਕੱਲ੍ਹ ਨੂੰ ਵਿਰਸਾ ਫਾਊਂਡੇਸ਼ਨ ਵੱਲੋਂ ਐਬਟਸਫੋਰਡ ਜਿਵੇਂ ਕਿ ਆਪਣਾ ਮੇਲਾ ਹੋਣ ਜਾ ਰਿਹਾ ਇਨਫੋਰਮੇਸ਼ਨ ਤਾਂ ਤੁਸੀਂ ਦੇ ਹੀ ਦੇਣੀ ਹੈ ਸਾਰੀ ਸੋ ਮੈਂ ਸਾਰੀਆਂ ਲੇਡੀਜ਼ ਅੱਗੇ ਗੁਜ਼ਾਰਿਸ਼ ਕਰਦੀ ਹਾਂ ਕਿ ਤੁਸੀਂ ਆਓਗੇ ਔਰ ਮੈਂ ਮੇਕ ਸ਼ੋਰ ਕਰਦੀ ਹਾਂ ਕਿ ਜਿੰਨੀ ਦੇਰ ਮੈਂ ਸਟੇਜ 'ਤੇ ਹਾਂ
ਇੱਕ ਵੀ ਸੈਕਿੰਡ ਲਈ ਮੈਂ ਤੁਹਾਨੂੰ ਤੁਹਾਡਾ ਧਿਆਨ ਕਿਸੇ ਪਾਸੇ ਨਹੀਂ ਜਾਣਾ, ਤੁਹਾਡਾ ਧਿਆਨ ਸਟੇਜ 'ਤੇ ਹੀ ਰਹਿਣਾ, ਤੁਹਾਡਾ ਧਿਆਨ ਡਾਂਸ ਫਲੋਰ 'ਤੇ ਰਹਿਣਾ। ਆਪਾਂ ਨੇ ਇਕੱਠਿਆਂ ਨੇ ਨੱਚਣਾ, ਸਟੇਜ ਇਕੱਲੀ ਮੇਰੀ ਨਹੀਂ ਹੈ, ਸਟੇਜ ਤੁਹਾਡੇ ਸਾਰਿਆਂ ਦੀ ਹੈ, ਆਪਾਂ ਨੇ ਸਾਰਿਆਂ ਨੇ ਰਲ ਕੇ ਨੱਚਣਾ। ਕਿਉਂਕਿ ਦੇਖੋ ਕਹਿੰਦੇ ਆ ਨਾ, ਇੱਕ ਗੀਤ ਆ ਮੇਰਾ, ਉਹਦੇ 'ਚ ਲਾਈਨ ਆ ਕਿ ਮੈਂ ਨਾ ਕੱਲੀ ਕਹਿੰਦੀ ਸ਼ੌਂਕੀ ਕਹੇ ਜੱਗ ਸਾਰਾ ਵੇ, ਰੀਝਾਂ ਹੀ ਤਾਂ ਹੁੰਦੀਆਂ ਨੇ ਜੀਣ ਦਾ ਸਹਾਰਾ ਵੇ। ਰੀਝਾਂ ਕੀ ਨੇ? ਸਾਡੀਆਂ ਛੋਟੀਆਂ ਛੋਟੀਆਂ ਰੀਝਾਂ ਨੇ, ਸਾਉਣ ਦਾ ਮਹੀਨਾ, ਤੀਆਂ ਦੇ ਦਿਨ। ਅਸੀਂ ਆਪਣੇ ਪੰਜਾਬ 'ਚ ਨਹੀਂ ਹੈ ਕਿ ਤਾਂ ਕੀ ਹੋਇਆ, ਸਾਡਾ ਸਰੀ, ਸਾਡਾ ਐਬਟਸਫੋਰਡ ਸਾਡਾ ਪੰਜਾਬ ਆ। ਆਪਣਾ ਵਧੀਆ ਫੁਲਕਾਰੀ ਵਾਲੇ ਦੁਪੱਟੇ ਲੈ ਕੇ, ਟਿੱਕੇ ਲਾ ਕੇ, ਵਧੀਆ ਸੂਟ ਸਾਟ ਪਾ ਕੇ, ਤਿਆਰ ਸ਼ਿਆਰ ਹੋ ਕੇ, ਥੋੜ੍ਹਾ ਜਿਹਾ ਸਟ੍ਰੈਸ ਰਿਲੀਵ ਹੋ ਜਾਂਦਾ। ਯੂ ਆਰ ਇਨ ਅ ਡਿਫਰੈਂਟ ਵਰਲਡ, ਡਿਫਰੈਂਟ ਐਨਰਜੀ। ਆਪਣੇ ਘਰ ਦੇ ਜਿਹੜੇ ਦੇਖੋ ਜੰਜਾਲ ਤਾਂ ਹਰ ਕਿਸੇ ਨੂੰ ਨੇ ਘਰਾਂ ਦੇ, ਬਿਲਕੁਲ ਆਪਾਂ ਜਾਣਦੇ ਹਾਂ, ਖਾਸ ਕਰਕੇ ਬਾਹਰਲੇ ਮੁਲਕਾਂ ਦੇ ਵਿੱਚ। ਪਰ ਯੈਸ, ਦੇयर ਸੋ ਮੈਨੀ ਥਿੰਗਸ ਕਿ ਸਵੇਰ ਤੋਂ ਲੈ ਕੇ ਸ਼ਾਮ ਤੱਕ ਕੰਮ ਤਾਂ ਮੁੱਕਣੇ ਨਹੀਂ। ਬਟ ਵੀ ਆਲ ਨੀਡ ਅ ਪਾਜ਼, ਵੀ ਆਲ ਨੀਡ ਅ ਟਾਈਮ ਆਊਟ, ਹੈ ਨਾ। ਸੋ ਹੁਣ ਇਹ ਲੇਡੀਜ਼ ਦਾ ਥੋੜ੍ਹਾ ਜਿਹਾ ਟਾਈਮ ਆਊਟ ਇਹ ਜ਼ਰੂਰੀ ਆ ਜੀ, ਇਹ ਜ਼ਰੂਰੀ ਆ। ਕਿਉਂਕਿ ਇਹਦੇ ਨਾਲ ਤੁਸੀਂ ਹੋਰ ਲੇਡੀਜ਼ ਨੂੰ ਮਿਲਦੇ ਹੋ, ਗੱਲਾਂ ਬਾਤਾਂ ਕਰਦੇ ਹੋ। ਇਹ ਵੀ ਕਥਾਰਸਿਸ, ਇਟਸ ਅ ਮੈਡੀਟੇਸ਼ਨ ਆਈ ਵੁੱਡ ਸੇ, ਕਿ ਜਦੋਂ ਤੁਸੀਂ ਡਾਂਸ ਕਰਦੇ ਹੋ, ਦਵਾਈ ਆ, ਦਵਾਈ ਆ ਇਹ। ਸੋ ਮੈਨੂੰ ਉਮੀਦ ਆ ਕਿ ਕੱਲ੍ਹ ਨੂੰ ਤੁਸੀਂ ਸਾਰੇ ਜਿੰਨੇ ਵੀ ਹੁਣ ਇਸ ਵੇਲੇ ਪ੍ਰੋਗਰਾਮ ਸੁਣ ਰਹੇ ਨੇ, ਉਹ ਸਾਰੇ ਤਾਂ ਪਲੱਸ ਤੁਸੀਂ ਆਪਣੇ ਰਿਸ਼ਤੇਦਾਰ, ਨਨਾਣ, ਭਰਜਾਈਆਂ, ਸਖੀਆਂ ਸਾਰਿਆਂ ਨੂੰ ਲੈ ਕੇ ਤੁਸੀਂ ਮੇਲੇ 'ਤੇ ਪਹੁੰਚੋਗੇ। ਕਿਉਂਕਿ ਉੱਥੇ ਕਹਿੰਦੇ ਖਾਣਾ ਵੀ ਬੜਾ ਸਵਾਦ ਹੋਣਾ ਆ। ਯੈਸ, ਖਾਣਾ ਵੀ ਬਹੁਤ ਹੋਣਾ, ਆਪਾਂ ਡੈਫੀਨਿਟਲੀ ਉਹਦਾ ਵੀ ਆਪਾਂ ਆਨੰਦ ਮਾਣਾਂਗੇ। ਪਰ ਆਈ ਥਿੰਕ ਦ ਮੋਸਟ ਐਕਸਾਈਟਮੈਂਟ ਇਜ਼ ਦ ਫੈਕਟ ਦੈਟ ਯੂ ਆਰ ਗੋਇੰ ਟੂ ਬੀ ਦੇਅਰ। ਮੈਨੂੰ ਪਤਾ ਤੁਹਾਡੇ ਜਿਹੜੇ ਹਿੱਟ ਗੀਤ ਆ, ਸੀਟੀ ਤੇ ਸੀਟੀ, ਜਦੋਂ ਮੇਰਾ ਲੱਕ ਹਿਲਦਾ, ਕੁੜਤੀ ਲਾਲ, ਰੂੜਾ ਵੀ ਆਊਗਾ। ਸੋ ਡੈਫੀਨਿਟਲੀ। ਬਟ ਜਾਂਦੇ ਹੋਏ ਕੋਈ ਵੀ ਤੁਸੀਂ ਆਪਣੇ ਬੋਲ ਦੇ ਵਿੱਚ ਸਾਡਾ ਗੀਤ ਕਰਕੇ ਉੱਥੇ ਕੱਲ੍ਹ ਨੂੰ ਤਾਂ ਅਸੀਂ ਡੈਫੀਨਿਟਲੀ ਤੁਹਾਨੂੰ ਰਿਕੁਐਸਟ ਕਰਾਂਗੇ। ਬਟ ਐਨੀ ਵਨ ਦੈਟ ਯੂ ਵਾਂਟ ਟੂ ਸ਼ੇਅਰ ਵਿਦ ਅਸ ਬਿਫੋਰ ਯੂ ਲੀਵ? ਜਸਟ ਫॉर ਦ ਲੇਡੀਜ਼, ਕੱਲ੍ਹ ਨੂੰ ਆਉਣਾ ਆ। ਸੋ ਮੇਰੇ ਵੀਰਾਂ ਅੱਗੇ ਗੁਜ਼ਾਰਿਸ਼ ਆ ਕਿ ਮੇਰੀਆਂ ਭੈਣਾਂ ਨੂੰ ਛੁੱਟੀ ਦੇ ਦਿਓ। ਹਾਂ, ਛੁੱਟੀ ਦੇ ਦਿਓ। ਸੋ ਉਹਨਾਂ ਵੱਲੋਂ ਇੱਕ ਗੁਜ਼ਾਰਿਸ਼ ਮੈਂ 2 ਬੋਲਾਂ ਰਾਹੀਂ ਵੀ ਕਰ ਦਿੰਦੀ ਹਾਂ। ਹਾਂਜੀ। ਨੱਚ ਲੈਣ ਦੇ ਵੇ ਮੈਨੂੰ, ਨੱਚ ਲੈਣ ਦੇ, ਧੀਆਂ ਦੇ ਮੇਲੇ 'ਚ ਨੱਚ ਲੈਣ ਦੇ। ਹਾਂ, ਨੱਚ ਲੈਣ ਦੇ ਵੇ ਮੈਨੂੰ, ਨੱਚ ਲੈਣ ਦੇ, ਧੀਆਂ ਦੇ ਮੇਲੇ 'ਚ ਨੱਚ ਲੈਣ ਦੇ। ਬੰਨ ਘੁੰਗਰੂ ਤੂੰ ਗਿੱਧੇ ਵਿੱਚ ਹਾਣੀਆਂ ਵੇ, ਅੱਜ ਤੂੜਾ ਪੱਟ ਲੈਣ ਦੇ। ਹਾਂ, ਨੱਚ ਲੈਣ ਦੇ ਵੇ ਮੈਨੂੰ, ਨੱਚ ਲੈਣ ਦੇ, ਧੀਆਂ ਦੇ ਮੇਲੇ 'ਚ ਨੱਚ ਲੈਣ ਦੇ। ਸੋ ਧੀਆਂ ਦੇ ਮੇਲੇ 'ਚ ਸਾਰੀਆਂ ਭੈਣਾਂ ਨੇ ਆਉਣਾ ਆ। ਔਰ ਜਿਹੜੀਆਂ ਤਿਆਰ ਨਹੀਂ ਹੈਗੀਆਂ, ਆਮ ਸ਼ੋਰ ਇਹ ਗੀਤ ਸੁਣ ਕੇ ਜਿਹੜੇ ਮੇਰੇ ਵੀਰ ਨੇ ਸਾਡੇ, ਉਹ ਕਹਿਣਗੇ ਕਿ ਨਹੀਂ ਤੁਸੀਂ ਜਾਓ, ਜ਼ਰੂਰ ਜਾਓ। ਸੋ ਮੈਂ ਹੋਪ ਕਰਦੀ ਹਾਂ ਕਿ ਕੱਲ੍ਹ ਨੂੰ ਆਪਾਂ ਸਾਰੇ ਜਣੇ ਐਬਟਸਫੋਰਡ ਮੇਲੇ 'ਚ ਮਿਲਦੇ ਹਾਂ। ਜ਼ਰੂਰ। ਅਗੇਨ ਤੁਹਾਡਾ ਧੰਨਵਾਦ ਕਰਦੇ ਹਾਂ। ਯੂ ਟੁਕ ਅਸ ਡਾਊਨ ਮੈਮਰੀ ਲੇਨ। ਬਹੁਤ ਵਧੀਆ ਲੱਗਾ ਤੁਹਾਡੇ ਨਾਲ ਗੱਲਾਂ ਬਾਤਾਂ ਕਰਕੇ। ਐਂਡ ਹਮੇਸ਼ਾ ਦੀ ਤਰ੍ਹਾਂ ਆਪਣੇ ਕੋਲ ਟਾਈਮ ਥੋੜ੍ਹਾ ਹੁੰਦਾ, ਬਿਕਾਜ਼ ਗੱਲਾਂ ਆਪਣੀਆਂ ਬਹੁਤ ਜ਼ਿਆਦਾ ਹੈ। ਕੁਛ ਗੱਲਾਂ ਤਾਂ ਹਾਲੇ ਛਿੜੀਆਂ ਹੀ, ਹਾਲੇ ਤਾਂ ਸਿਰਫ ਉੱਪਰਲੀ ਤੈਅ ਉਤਰੀ ਆ, ਹਾਲੇ ਬਹੁਤ ਜ਼ਿਆਦਾ ਡੈਪਥ ਆ। ਕਿਸੇ ਵੇਲੇ ਫੇਰ ਮਿਲਾਂਗੇ ਡੈਫੀਨਿਟਲੀ। ਅਸੀਂ ਵਾਅਦਾ ਕਰਦੇ ਹਾਂ ਸਾਡੇ ਲਿਸਨਰਸ ਨੂੰ ਵੀ, ਅਸੀਂ ਡੈਫੀਨਿਟਲੀ ਤੁਹਾਨੂੰ ਲੈ ਕੇ ਆਵਾਂਗੇ। ਪਰ ਕੱਲ੍ਹ ਜਿਹੜੀ ਤੁਹਾਡੀ ਦਮਦਾਰ ਐਂਟਰੀ ਹੋਣੀ ਆ ਉਹ ਸਟੇਜ ਦੇ ਉੱਤੇ, ਵੀ ਕੈਨਟ ਵੇਟ ਫॉर दैट। ਅਸੀਂ ਵਾਅਦਾ ਕਰਦੇ ਕਿ ਅਸੀਂ ਤੁਹਾਨੂੰ ਪਲਕਾਂ ਤੇ ਬਿਠਾ ਕੇ ਰੱਖਣਾ, ਤੁਹਾਨੂੰ ਦਿਲ 'ਚ ਵਸਾ ਕੇ ਰੱਖਣਾ, ਤੇ ਤੁਸੀਂ ਸਾਨੂੰ ਵਾਅਦਾ ਕਰੋ ਕਿ ਤੁਸੀਂ ਨਵੇਂ ਗੀਤ ਸੰਗੀਤ ਸਾਡੇ ਵਾਸਤੇ ਲੈ ਕੇ ਆਉਣੇ। ਡੈਫੀਨੇਟਲੀ ਕੱਲ੍ਹ ਨੂੰ ਰਲ ਕੇ ਆਪਾਂ ਸਾਰਿਆਂ ਨੇ ਸੀਟੀਆਂ ਵਜਾਉਣੀਆਂ ਨੇ। ਔਰ ਪਹਿਲਾਂ ਤਾਂ ਆਪਾਂ ਨੇ ਨੱਚ ਕੇ ਲੁਧਿਆਣਾ, ਅੰਮ੍ਰਿਤਸਰ, ਪਟਿਆਲਾ, ਜਲੰਧਰ ਹਲਾਇਆ। ਕੱਲ੍ਹ ਨੂੰ ਆਪਾਂ ਨੇ ਐਬਟਸਫੋਰਡ, ਸਰੀ, ਚਿਲਵੈਕ, ਮਿਸ਼ਨ ਤੇ ਇਹ ਸਾਰੇ ਸ਼ਹਿਰ ਹਲਾ। ਲੌਂਗ ਵੀਕਐਂਡ ਆਪਾਂ ਪੂਰਾ ਹਾਈਵੇ ਨੰਬਰ 1 ਹੀ ਹਲਾ ਦੇਣਾ ਹੈ। ਸੋ ਅਗੇਨ ਥੈਂਕ ਯੂ ਸੋ ਮਚ ਤੁਸੀਂ ਟਾਈਮ ਕਰਕੇ ਸਟੂਡੀਓ 'ਚ ਪਹੁੰਚੇ ਹੋਏ ਆ। ਥੈਂਕ ਯੂ ਸ਼ੇਰੇ ਪੰਜਾਬ। ਥੈਂਕ ਯੂ।